ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ। ਸ਼ਲੋਕ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਰਜ ਰੂਪੰ ਰਹੰਤ ਜਨਮੰ। ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ। ਬਸੰਤ ਸਾਧ ਰਿਦਿਅੰ ਆਚੁਤ ਬੁਝੰਤ ਨਾਨਕ ਬੜ ਭਾਗੀਐ ਹੈ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਵ ਵਿਆਪੀ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਸਰੂਪਾਂ ਦੀ ਆਤਮਿਕ ਜੋਤ ਸ਼ਬਦ ਅਵਤਾਰ ਨਾਮ ਦੇ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਸਰੋਤਾ ਜਨ ਦੂਰ ਨੇੜੇ ਬੈਠੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਜੋਗ ਹੋ। ਮਨੁੱਖ ਜਾਤੀ ਸਰੀਰ ਗੁਰੂ ਕਿਰਪਾ ਨਾਲ ਪ੍ਰਾਪਤ ਹੈ। ਸਰੀਰ ਦੇ ਸਮੇਂ ਨੂੰ ਸਫਲਾ ਬਣਾ ਰਹੇ ਹੋ। ਸਿੱਖ ਚੈਨਲ ਨਾਲ ਜੋੜ ਕਰਕੇ ਵਡਭਾਗੀ ਆਤਮਾ ਗੁਰੂ ਕੀ ਬਾਣੀ ਦੇ ਕਥਾ ਕੀਰਤਨ ਦਾ ਆਨੰਦ ਹਰ ਰੋਜ਼ ਮਾਣਦੀਆਂ ਹਨ। ਸੁੱਖਾਂ ਦੀ ਮਣੀ ਬਾਣੀ ਦਾ ਪਾਠ ਆਪ ਸੁਣ ਚੁੱਕੇ ਹੋ। ਕੁਝ ਸਮੇਂ ਤੋਂ ਲੈ ਕੇ ਲੜੀਵਾਰ ਚੱਲ ਰਹੇ ਪਾਠ ਤੇ ਉਸ ਦੀ ਵਿਚਾਰ ਜਿਨ੍ਹਾਂ ਨੂੰ ਸਾਹਿਸ ਕ੍ਰਿਤੀ ਸ਼ਲੋਕ ਕਿਹਾ ਜਾਂਦਾ ਹੈ ਔਰ ਜਿਨ੍ਹਾਂ ਦੇ 56 ਸ਼ਲੋਕਾਂ ਦਾ ਪਾਠ ਤੇ ਵਿਚਾਰ ਪਿਛਲੇ ਦੀਵਾਨਾਂ 'ਚ ਹੋ ਚੁੱਕੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਭਾਵੇ ਤੇ 57ਵਾਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਮਿਲ ਜੁਲ ਕੇ ਵਿਚਾਰ ਕਰੀਏ। ਗੁਰੂ ਕੀ ਪਵਿੱਤਰ ਬਾਣੀ ਨਾਮ ਰੂਪ ਹੈ, ਜਾਪ ਰੂਪ ਹੈ, ਸਿਮਰਨ ਰੂਪ ਹੈ। ਪਿਛਲਿਆਂ ਯੁੱਗਾਂ 'ਚ ਹੋਰ ਸਾਧਨਾ ਨਾਲ ਹੋਰ ਪ੍ਰਾਪਤੀਆਂ ਬੇਅੰਤਾਂ ਨੂੰ ਹੋਈਆਂ। ਕਲ ਯੁੱਗ ਦੇ ਸਮੇਂ ਵਿੱਚ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ ਤੇ ਬਾਣੀ ਨਾਮ ਰੂਪ ਜਾਪ ਰੂਪ ਹੈ। ਸਰਯੁਗ ਸਤ ਤ੍ਰੇਤਾ ਜਗੀ ਦਵਾਪਰ ਪੂਜਾ ਚਾਰ ਤੀਨੋਂ ਯੁੱਗ ਤੀਨੋਂ ਦਿਰੜੇ ਕਲ ਕੇਵਲ ਨਾਮ ਆਧਾਰ। ਪਿਛਲੇ ਯੁੱਗਾਂ ਦੇ ਹੋਰ ਸਾਧਨ ਸਫਲੇ ਸੀ, ਹੁਣ ਵੀ ਚੰਗੇ ਨੇ, ਪਰ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਮਤ ਭਰਮ ਭੂਲੋ ਭੂਲੋ। ਹੁਣ ਰੁੱਤ ਸਰਯੁਗ ਵਾਲੀ ਨਹੀਂ, ਦਵਾਪਰ ਤ੍ਰੇਤੇ ਵਾਲੀ ਨਹੀਂ, ਹੁਣ ਰੁੱਤ ਕਲ ਯੁਗ ਵਾਲੀ ਹੈ। ਤੇ ਬੋਵੋ ਬੀਜਣਾ ਕਰੋ, ਜਪਣਾ ਕਰੋ, ਸੁਣਨਾ ਕਰੋ ਪਰਮੇਸ਼ਰ ਦੇ ਨਾਮ ਨੂੰ। ਨਾਮ ਤੋਂ ਬਿਨਾਂ ਹੋਰ ਸਾਧਨ ਚੰਗੀ ਗੱਲ ਹੈ, ਪਰ ਮੁਕਤੀ ਨਹੀਂ ਮਿਲਣੀ। ਕਲ ਯੁੱਗ ਦਾ ਸਮਾਂ ਹੈ। ਰੁੱਤ ਤੋਂ ਬਿਨਾਂ ਬੀਜਿਆ ਹੋਇਆ ਬੀਜ ਅਬਲ ਤਾਂ ਉਗਦਾ ਹੀ ਨਹੀਂ, ਜੇ ਉਗ ਪਵੇ ਤੇ ਫਲ ਨਹੀਂ ਪੈਂਦਾ, ਬੋਲ ਨਹੀਂ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਨਾਮ ਰੂਪ ਜਾਪ ਰੂਪ ਗੁਰੂ ਕੀ ਬਾਣੀ ਨੂੰ ਪੜ੍ਹੋ
ਉਸ ਵਿੱਚੋਂ ਨਾਮ ਦੀ ਮਹਿਮਾ ਦੀ ਪ੍ਰਾਪਤੀ ਹੁੰਦੀ ਹੈ। ਅਕਾਲ ਪੁਰਖ ਨਿਰੰਕਾਰ ਦੀ ਸਿਫਤ ਦੀ ਪ੍ਰਾਪਤੀ ਹੁੰਦੀ ਹੈ। ਇਸ ਸ਼ਲੋਕ ਦਾ ਪਾਠ ਆਪ ਸਰੋਤੇ ਜਨਾਂ ਵੀਰਾਂ ਨੇ ਸਰਵਣ ਕੀਤਾ ਹੈ। ਸੋ ਮਹਾਰਾਜ ਸਾਹਿਬ ਗੁਰੂ ਅਰਜਨ ਸਾਹਿਬ ਜੀ ਹਰੀ ਲਾਲ ਹਰੀ ਕ੍ਰਿਸ਼ਨ ਵਿਦਵਾਨਾਂ ਨੂੰ ਸਮੁੱਚੀ ਸੰਗਤ ਨੂੰ ਸੰਬੋਧਨ ਕਰਕੇ ਦੱਸਦੇ ਹਨ। ਉਹ ਅਕਾਲ ਪੁਰਖ ਨਿਰੰਕਾਰ ਨੇ ਹੀ ਸਾਰੇ ਸਰੂਪ ਧਾਰੇ ਨੇ ਸਰਜੁਗ ਤੋਂ ਲੈ ਕੇ ਹੁਣ ਤੱਕ। ਸੋ ਆਪ ਜੀ ਕਹਿ ਰਹੇ ਹਨ, ਕਦੇ ਸਮਾਂ ਸੀ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਮਹਾਰਾਜ ਸਾਹਿਬ ਕਦੇ ਤੂੰ ਸ਼ਿਆਮ ਮੂਰਤੀ ਧਾਰ ਕੇ ਆਇਆ, ਤੇਰੇ ਹੱਥ ਵਿੱਚ ਸੰਖ ਸੀ, ਚੱਕਰ ਸੀ, ਗਦਾ ਗੁਰਜ ਸੀ। ਹੁਣ ਤੇਰੇ ਹੱਥ ਵਿੱਚ ਨਹੀਂ ਸੰਖ ਤੇ ਨਹੀਂ ਚੱਕਰ, ਸੁਦਰਸ਼ਨ ਚੱਕਰ ਜੋ ਵਿਸ਼ਨੂੰ ਦੇ ਹੱਥ 'ਚ ਸੀ, ਤੇ ਨਹੀਂ ਗਦਾ ਭਾਵ ਗੁਰਜ ਆਦਿਕ, ਤੇ ਨਹੀਂ ਤੇਰਾ ਸ਼ਿਆਮ ਮੂਰਤੀ ਹੈ। ਉਦੋਂ ਵੀ ਸੀ ਤੂੰ ਤੇ ਹੁਣ ਵੀ ਹੈ। ਇਸ ਨੂੰ ਕਹਿਆ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਅਸਚਰਜ ਰੂਪੰ ਰਹੰਤ ਜਨਮੰ, ਜਨਮਾਂ ਤੋਂ ਰਹਿਤ ਹੈ, ਜੰਮਣ ਮਰਨ ਤੋਂ ਰਹਿਤ। ਅਸਚਰਜ ਸਰੂਪ ਤੇਰਾ, ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ, ਤੇਰਾ ਕੋਈ ਸ਼ਤਰੂ ਮਿੱਤਰ ਨਹੀਂ, ਤੇਰੀ ਕੋਈ ਮਾਤਾ ਪਿਤਾ ਨਹੀਂ, ਤੇਰਾ ਕੋਈ ਪੁੱਤਰ ਪੋਤਰਾ ਨਹੀਂ ਹੈ। ਤੂੰ ਜ਼ਰੂਰ ਸਭ ਸ੍ਰਿਸ਼ਟੀ ਤੇਰੀ ਔਲਾਦੀ ਹੈ, ਤੇਰਾ ਸਰੂਪ ਹੈ। ਸੰਖ ਚੱਕਰ ਗਦਾ ਪਦਮ ਆਪ ਕੀਓ ਛਦਮ, ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ। ਕਿਹੜਾ ਤੈਨੂੰ ਲੱਖ ਸਕਦਾ, ਕਿਹੜਾ ਤੈਨੂੰ ਜਾਣ ਸਕਦਾ ਹੈ। ਉਹ ਸਭ ਕੁਛ ਹੋਣ ਵੀ ਹੈ, ਪਰ ਤੂੰ ਛਦਮ ਕੀਤਾ, ਆਰੋਪ ਕੀਤਾ ਹੈ। ਜਿਹੜਾ ਤੈਨੂੰ ਜਪਦਾ ਸੰਕਟ ਨਹੀਂ ਪਰੇ, ਜੋਨ ਨਹੀਂ ਆਵੇ। ਨਾਮ ਨਿਰੰਜਨ ਜਾ ਕੋਰੇ, ਕਬੀਰ ਕੋ ਠਾਕ ਰਿਹਾ ਸੋ ਸੁਆਮੀ, ਜਾ ਕੇ ਮਾਈ ਨਾ ਬਾਪੋਰੇ। ਹਜ਼ੂਰ ਅਗਲੀਆਂ ਪੰਕਤੀਆਂ 'ਚ ਹੋਰ ਕਿਰਪਾ ਕਰਦੇ ਆ। ਨੇਤ ਨੇਤ ਕਤੰਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਕਥੰਤ ਕਥਨ ਕਰਦੇ ਆ ਵੇਦ ਚਾਰ। ਸ਼ਿਆਮ ਵੇਦ ਰਗਵੇਦ ਯਜੁਰਵੇਦ ਅਥਰਵਣ ਵੇਦ, ਚਾਰੇ ਕਿਤਾਬਾਂ ਮੁਸਲਮਾਨੀ ਮਤ ਵਾਲਿਆਂ ਦੀਆਂ। ਹੁੰਜੀਲ ਕੁਰੇਰ ਜੰਬੂਰ ਕੁਰਾਨ ਹੋਰ ਵੀ ਜਿੰਨੇ ਗ੍ਰੰਥ ਨੇ, ਨੇਤ ਨੇਤ ਬੇਅੰਤ ਬੇਅੰਤ ਤੈਨੂੰ ਕਥਨ ਕਰਦੇ ਨੇ। ਤੇਰਾ ਅੰਤ ਕਿਸੇ ਨਹੀਂ ਪਾਇਆ, ਨਾ ਕੋਈ ਪਾਵੇਗਾ। ਉੱਚੇ ਤੋਂ ਉੱਚਾ ਹੈ, ਮੂਛ ਵੱਡੇ ਅਡੰਬਰ ਵਾਲਾ, ਵੱਡੇ ਵਿਸਥਾਰ ਵਾਲਾ ਹੈ। ਜਿੱਡਾ ਵੱਡਾ ਤੈਨੂੰ ਭਾਵ ਹੈ, ਓਡਾ ਹੀ ਵੱਡਾ ਤੂੰ ਹੋ ਸਕਦਾ ਤੇ ਹੁੰਦਾ ਰਹੇ। ਸਭ ਸ੍ਰਿਸ਼ਟੀ ਤੇਰੇ ਜੋ ਪੈਦਾ ਹੋਈ ਹੈ, ਤੇਰੇ ਵਿੱਚ ਲੈਤਾ ਹੋ ਜਾਊ। ਪਾਰਾਵਾਰ ਤੋਂ ਅਪਾਰ ਹੈ, ਹੇ ਗੋਬਿੰਦ ਹੈ। ਗੋਬਿੰਦ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ। ਗੋ ਗ੍ਰੰਥਾਂ ਵੇਦਾਂ ਦੁਆਰੇ ਬਿੰਦ ਜਾਣਨੇ ਯੋਗ ਹੈ। ਬੇਅੰਤ 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 ਕੋ ਕਰੰਤ ਪਾਠ ਦੇਖੀਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ। ਅਪਾਰ ਗੁਣਾ ਦਾ ਮਾਲਕ ਹੈ। ਸਿਫਤ ਅਕਾਲ ਪੁਰਖ ਸਰਵਵਿਆਪੀ ਸਭ ਦੇ ਸਾਂਝੇ ਦੀ ਹੋ ਰਹੀ ਹੈ। ਬਸੰਤ ਸਾਧ ਰਿਦਿਅੰ ਅਚੁੱਤ, ਬੁਝੰਤ ਨਾਨਕ ਬੜ ਭਾਗੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਦੇ ਪਵਿੱਤਰ ਸ਼ਬਦ ਨੇ। ਕਿੱਥੇ ਵਸਦਾ ਹੈ? ਸਾਧ ਮਹਾਤਮਾ ਦੇ ਹਿਰਦੇ 'ਚ ਵਸਦਾ ਹੈ। ਹੋਰ ਕਿੱਥੇ ਵਸਦਾ ਹੈ? ਪ੍ਰਭ ਜੀ ਬਸੇ ਸਾਧ ਕੀ ਰਸਨਾ, ਮਹਾਤਮਾ ਦੀ ਰਸਨਾ ਤੇ ਵਸਦਾ ਹੈ। ਸਰਵਵਿਆਪੀ ਹੈ, ਵਿਸ਼ੇਸ਼ ਤੌਰ ਤੇ ਬੁਝੰਤ ਬੁਝ ਲੈਂਦੇ ਹੈ, ਸਮਝ ਲੈਂਦੇ ਤੈਨੂੰ, ਸਾਰੀਆਂ ਸਾਈ ਵੇਖ ਲੈਂਦੇ ਤੈਨੂੰ। ਕੌਣ? ਨਾਨਕ ਬੜ ਭਾਗੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਵੱਡ ਭਾਗੀ ਪੁਰਖ ਤੈਨੂੰ ਬੁੱਝ ਲੈਂਦੇ ਆ, ਤੈਨੂੰ ਸਮਝ ਲੈਂਦੇ ਆ, ਹਿਰਦੇ 'ਚ ਵਸਾ ਲੈਂਦੇ ਆ, ਨੇਤਰਾਂ 'ਚ ਵਸਾ ਲੈਂਦੇ ਆ, ਰਸਨਾ 'ਚ ਵਸਾ ਲੈਂਦੇ ਆ। ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ ਵਸਾ ਲੈਂਦੇ ਆ। ਕਿਵੇਂ ਵਸਾਉਂਦੇ ਆ? ਵੱਡ ਭਾਗੀ ਬਣ ਕੇ, ਵੱਡਾਪਣਾ ਮਨ 'ਚੋਂ ਕੱਢ ਕੇ, ਨਿਮਰਤਾ ਵਿੱਚ ਆ ਕੇ, ਸਹਿਣਸ਼ੀਲਤਾ ਜਰ ਸ਼ਕਤੀ ਵਿੱਚ ਆ ਕੇ। ਇਹ ਨਹੀਂ ਕਿ ਸਭ ਤੋਂ ਮੈਂ ਹੀ ਵੱਡਾ ਹੈ, ਮੈਨੂੰ ਸਿਰੇ ਤੁਮ ਥਾਨ ਚਾਹੀਦਾ ਹੈ। ਉਹ ਵਸਾ ਲੈਂਦੇ ਆ ਵੱਡ ਭਾਗੀ ਬਣ ਕੇ। ਇਸ ਪ੍ਰਕਾਰ ਏਡਾ ਕੁ ਸਲੋਕ ਸੀ। ਅਗਲਾ ਸਲੋਕ, ਉਧਿਆਨ ਬਸੰ ਸੰਸਾਰੰ ਸੰਬੰਧੀ ਸੁਵਾਨ ਸਿਆਲ ਖਰ ਹੈ। ਬਿਖਮ ਸੁਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਜ ਤਸ ਕਰਹਿ।
ਹੀਤ ਮੋਹ ਭੈ ਭਰਮ ਭ੍ਰਮਣ ਅਹੰਗ ਫਾਸ ਤੀਖਣ ਕਠਨ ਹੈ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਨ ਹੈ ਪ੍ਰਸਾਦ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਓਦਰਨ ਕਿਰਪਾ। ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਸਾਨੂੰ ਸੰਬੋਧਨ ਕਰਕੇ ਜਣਾਉਂਦੇ ਹਜ਼ੂਰ ਸੁਣੋ ਸਾਰੇ ਧਿਆਨ ਦੇਵੋ। ਇਹ ਸੰਸਾਰ 'ਚ ਬਚਣਾ ਜਿਹੜਾ ਸੰਸਿਆਂ ਦਾ ਭਰਿਆ ਹੈ। ਇਸ ਜੇ ਜਗਤ ਪੈਦਾ ਹੋਏ ਹੋ ਜੈ ਪੈਦਾ ਤੇ ਗਤ ਨਾਸ ਹੋਣ ਵਾਲਾ ਹੈ। ਇਹਨੂੰ ਵਸਦਾ ਮਹਿਸੂਸ ਸਮਝਦੇ ਹੋ? ਨਹੀਂ ਨਹੀਂ, ਉਧਿਆਨ ਉਜੜਿਆ ਹੋਇਆ ਜੰਗਲ ਦੇ ਸਮਾਨ ਇੱਥੇ ਵਸਣਾ ਹੈ। ਸਾਰਿਆਂ ਦੀ ਰੁਚੀ ਇਹ ਨਹੀਂ, ਸਾਰਿਆਂ ਦਾ ਖਿਆਲ ਇਹ ਨਹੀਂ। ਬੜੀਆਂ ਰੌਣਕਾਂ ਸ਼ਹਿਰ ਵਸਦੇ, ਬੜਾ ਕੁਛ ਵੇਖਣ ਨੂੰ, ਬੜਾ ਕੁਛ ਸੁਣਨ ਨੂੰ। ਉਜੜਿਆ ਕਿਵੇਂ, ਜੰਗਲ ਕਿਵੇਂ। ਭਗਤ ਕਬੀਰ ਜੀ ਰਾਮਾਨੰਦ ਦੇ ਚੇਲੇ ਕੋਲ ਰਿਹਾ ਕਰਦੇ, ਇੱਕ ਦਿਨ ਮੇਲਾ ਲੱਗਾ। ਚੇਲਿਆਂ ਮੇਲਾ ਵੇਖਣ ਦੀ ਮੰਗ ਕੀਤੀ, ਆਗਿਆ ਮਿਲ ਗਈ ਜਾਣ ਦੀ। ਕਬੀਰ ਜੀ ਖਾਮੋਸ਼ ਬੈਠੇ ਐ। ਕਬੀਰ ਤੂੰ ਨਹੀਂ ਗਿਆ ਜੀ, ਤੁਹਾਡੇ ਚਰਨਾਂ 'ਚ ਮੇਲਾ, ਨਹੀਂ ਤੈਨੂੰ ਜ਼ਰੂਰ ਕੱਲਣਾ। ਸਤ ਬਚਨ ਜੀ ਬਚਨ ਮੰਨਣਾ। ਚਲੇ ਗਏ। ਮੇਲੇ 'ਚ ਬੜੀਆਂ ਰੌਣਕਾਂ, ਪਰ ਮੇਲਾ ਦੱਖ ਨਹੀਂ ਦਿੰਦਾ, ਮਨ ਖੁਸ਼ ਨਹੀਂ। ਫਿਰਦਿਆਂ ਫਰਾਂਦਿਆਂ ਜਾੜ ਨਹੀਂ ਹੁੰਦੀ, ਕਿਤੇ ਨਾ ਕਿਤੇ ਵਸਦਾ ਹਿਰਦਾ ਮਿਲ ਜਾਂਦਾ ਹੈ। ਇੱਕ ਪਵਿੱਤਰ ਆਤਮਾ ਮਹਾਤਮਾ ਮਿਲ ਗਏ, ਉਸ ਨਾਲ ਬੈਠ ਕੇ ਪਰਮੇਸ਼ਰ ਘਰ ਦੀਆਂ ਵਿਚਾਰਾਂ ਕੀਤੀਆਂ। ਵਾਪਸ ਆਏ। ਰਾਮਾਨੰਦ ਨੇ ਚੇਲੇ ਇਕੱਤਰ ਕਰ ਲਏ। ਦੱਸੋ ਚੇਲੇ ਜਨੋ ਕੀ ਵੇਖਿਆ? ਜਿਹੋ ਜੀ ਕਿਸੇ ਦੀ ਰੁਚੀ ਸੀ ਉਹਨੇ ਦੱਸ ਦਿੱਤਾ। ਆਹ ਵੇਖਿਆ, ਜੇ ਵੇਖਿਆ। ਕਬੀਰ ਤੂੰ ਨਹੀਂ ਦੱਸਦਾ। ਸੋ ਮਹਾਂਪੁਰਖੋ ਕੀ ਦੱਸਾਂ? ਉੱਥੇ ਕੁਛ ਵੀ ਨਹੀਂ ਸੀ, ਉਜਾੜ ਹੀ ਪਈ ਸੀ। ਇਹ ਕਿਵੇਂ? ਇਹ ਕਹਿੰਦੇ ਭੰਗੂੜੇ ਸੀ, ਉੱਥੇ ਨਾਚ ਸੀ, ਉੱਥੇ ਖਾਣ ਨੂੰ ਸੀ, ਉੱਥੇ ਨੱਚਣ ਟੱਪਣ ਨੂੰ ਸੀ, ਉੱਥੇ ਵੇਖਣ ਨੂੰ ਸੀ। ਤੂੰ ਕਹਿੰਦਾ ਜਾੜ। ਕਬੀਰ ਜਹ ਜਹ ਹਾਂ ਫਿਰਿਓ ਕੌਤਕ ਠਾਓ ਠਾਏ ਇੱਕ ਰਾਮ ਸਨੇਹੀ ਬਾਹਰਾ ਉਜੜ ਮੇਰੇ ਪਾਏ। ਸਲੋਕ ਆ ਕਬੀਰ ਜੀ ਦਾ। ਉਜਾੜ ਹੀ ਪਈ ਸੀ, ਇੱਕ ਮਿਲਿਆ ਸੀ ਵਸਦਾ ਹਿਰਦਾ। ਸੰਸਾਰ ਭਾਵੇਂ ਵਸਦਾ ਦਿਸਦਾ ਹੈ, ਬਾਜ਼ਾਰ ਭਾਵੇਂ ਬੜਾ ਕੁਛ ਦੁਨੀਆ ਤੇ ਦਿਸਦਾ ਹੈ, ਪਰ ਉਜਾੜ ਹੀ ਪਈ ਹੋਈ ਹੈ ਕਿਸੇ ਵਸਦੇ ਹਿਰਦੇ ਤੋਂ ਬਿਨਾ। ਸੰਸਾਰ 'ਚ ਬਸਣਾ ਉਧਿਆਨ ਜੰਗਲ ਦੇ ਤਥਾ ਉਜੜੇ ਹੋਏ ਥਾਂ, ਉਜੜਿਆ ਹੋਇਆਂ ਬਾਗਾਂ ਦੇ ਸਮਾਨ ਹੈ। ਉਜੜਿਆ ਹੋਇਆਂ ਜੰਗਲਾਂ ਬਾਗਾਂ 'ਚ ਤਾਂ ਫਿਰ ਕੀ ਰਹਿੰਦਾ ਹੈ? ਕੂਕਰ ਰਹਿੰਦੇ ਆ, ਗਿੱਦੜ ਰਹਿੰਦੇ ਆ, ਖੋਤੇ ਰਹਿੰਦੇ ਆ, ਹੋਰ ਜਾਨਵਰ ਬੇਅੰਤ ਰਹਿੰਦੇ ਹੈ। ਸੋ ਗੁਰੂ ਸਾਹਿਬ ਕਹਿੰਦੇ ਇੱਥੇ ਵੀ ਇਵੇਂ ਹੀ ਹੈ। ਉਧਿਆਨ ਬਸਨੰ ਸੰਸਾਰੰ ਸੰਬੰਧੀ। ਆ ਦੁਨੀਆ ਦੇ ਦੂਰ ਨੇੜੇ ਦੇ ਜਿਹੜੀਆਂ ਜੂਨਾਂ 'ਚ ਆਏ ਨੇ, ਉਹ ਇਹਨਾਂ ਦਾ ਸੁਭਾਅ ਹੈ। ਕੌਡੇ ਰਾਹੀ ਦੀ ਤਰ੍ਹਾਂ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ, ਮੈਂ ਕਦੇ ਬੰਦੇ ਨਹੀਂ ਖਾਦੇ, ਮੈਂ ਸੀਸੇ ਦੁਆਰਾ ਵੇਖ ਲੈਣਾ। ਜਿਹੋ ਜੀ ਕਿਸੇ ਦੀ ਕਰਤੂਤ ਹੁੰਦੀ ਹੈ ਉਹੋ ਜਿਹਾ ਦਿਸਦਾ। ਕਰਤੂਤ ਪਸ਼ੂ ਕੀ ਮਾਨ ਸੁਜਾਤ। ਲੋਕ ਵਿਚਾਰਾ ਕਰੇ ਦਿਨ ਰਾਤ, ਸ਼ਾਮਲੀਆਂ ਕਰਨੀ ਲੱਗੇ ਹੋਏ ਹੈ। ਕਰਮ ਪਸ਼ੂਆਂ ਵਾਲੇ ਨੇ। ਇਸ ਪ੍ਰਕਾਰ ਵੇਖਣ ਨੂੰ ਮਨੁੱਖ ਜਾਤੀ ਸਰੀਰ ਹੈ। ਸਰਬੰਧੀ ਤੇ ਨਿਕਟਵਰਤੀ ਦੁਨੀਆ ਦੇ ਲੋਕ। ਕੋਈ ਸਵਾਨ ਕੂਕਰ ਦੇ ਸੁਭਾਅ ਦਾ, ਬਿਲਾ ਵਜਾਈ ਟਾਉਂ ਕਰੀ ਜਾਣ ਵਾਲਾ, ਭੌਂਕੀ ਜਾਣ ਵਾਲਾ, ਲਾਲਚੀ। ਕੋਈ ਇਸੇ ਪ੍ਰਕਾਰ ਸਿਆਲ ਗਿੱਦੜ ਦੇ ਸੁਭਾਅ ਵਾਲਾ ਹੈ, ਦਗੇਬਾਜ਼, ਧੋਖੇਬਾਜ਼। ਇਸੇ ਪ੍ਰਕਾਰ ਕੋਈ ਖੜ ਹੈ, ਖੋਤੇ ਦੇ ਸੁਭਾਅ ਵਾਲਾ ਹੈ, ਖੋਰ ਖੱਪਾ ਖਾਣ ਵਾਲਾ, ਮਿੱਟੀ ਘੱਟੇ ਨਸ਼ਿਆਂ ਵਿਸ਼ਿਆਂ 'ਚ ਲੇਟਣ ਵਾਲਾ, ਕਿਰਤ ਕਮਾਈ ਕਰਕੇ ਇੱਧਰ ਉੱਧਰ ਖਿਲਾਰਨ ਵਾਲਾ, ਲਿਆ ਕੇ ਕਿਸੇ ਨੂੰ ਖਵਾਉਣ ਵਾਲਾ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁਧਾਰਾ ਪਹਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੇ, ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਇਹੋ ਜਿਹੇ ਇਸ ਦੁਨੀਆ ਵਿੱਚ ਰਹਿੰਦੇ ਨੇ। ਸੋ ਇਸ ਪ੍ਰਕਾਰ ਦੀ ਇਹ ਦੁਨੀਆ ਹੈ। ਕਿਸੇ ਵਸਦੇ ਹਿਰਦੇ ਵਾਲੇ ਨੂੰ ਪੁੱਛ ਕੇ ਵੇਖੋ, ਅੱਖਾਂ ਖੁੱਲੀਆਂ ਵਾਲੇ ਨੂੰ ਪੁੱਛ ਕੇ ਵੇਖੋ, ਇਹ ਉਜਾੜ ਪਈ ਹੋਏ ਜੰਗਲ ਹੈ ਕਿ ਜਾਂ ਵਸਦਾ ਹੈ? ਨਹੀਂ, ਵਿਸ਼ਵ ਵਿਰਲੇ ਵਸਦੇ ਹਨ। ਇਸ ਪ੍ਰਕਾਰ ਜੇ ਗੁਰੂ ਨੂੰ ਭਾਵੇ ਤਾਂ ਆਪ ਜੀ ਕਹਿੰਦੇ, ਬਿਖਮ ਸਥਾਨ ਮਨ ਮੋਹ ਮਦਰੰ ਮਹਾਸਾਧ ਪੰਜ ਤਸ ਕਰਹਿ। ਇਹਨਾਂ ਉਜੜਿਆਂ ਬਾਗਾਂ ਸ਼ਹਿਰਾਂ ਦੇ ਵਿੱਚ, ਇਹਨਾਂ ਉਜੜਿਆ ਹੋਇਆਂ ਸੋ ਬਾਗ ਰੂਪੀ ਇਹਨਾਂ ਸੰਸਾਰ ਵਿੱਚ, ਉਦਿਆਨ ਜੰਗਲ ਵਿੱਚ ਤੇ ਤਸਕਰ ਚੋਰ ਰਹਿੰਦੇ ਨੇ, ਡਾਕੂ ਰਹਿੰਦੇ ਨੇ। ਉਹ ਨਸ਼ੇ ਨੁਸ਼ੇ ਪਿਆ ਕੇ ਜੀਵਨ ਲੁੱਟ ਲੈਂਦੇ ਰਾਹੀਆਂ ਨੂੰ। ਇੱਥੇ ਵੀ ਹੈ, ਹਾਂ ਜੀ ਇੱਥੇ ਵੀ ਹੈ। ਬਿਖਮ ਕਠਨ ਸਥਾਨ, ਮਨ ਦਾ ਜਿੱਤਣਾ।
बड़ा मुश्किल है मन रिप जीते सब रिप जीते। ਇਹ ਮੋਹ ਰੂਪੀ ਮਦਰੰਗ ਨਸ਼ਾ ਸ਼ਰਾਬ ਪਿਆ ਦਿੰਦੇ ਨੇ। ਮਹਾ ਆਸਾਦ ਸੋ ਨਾ ਸਾਧੇ ਜਾਣ ਵਾਲੇ ਨਾ ਪਕੜੇ ਜਾਣ ਵਾਲੇ ਪੰਜ ਤਸਕਰ ਚੋਰ ਸ਼ਬਦ ਸਪਰਸ ਰੂਪ ਰਸ ਗੰਧ ਕਾਮ ਕਰੋ ਲੋਭ ਹੰਕਾਰ ਆਦਿਕ ਜਿਹੜੇ ਨੇ ਨਹੀਂ ਰੋਕੇ ਆਉਂਦੇ ਨਹੀਂ ਖਹਿੜਾ ਛੱਡਦੇ। ਧਰਮ ਅਰ ਸਭ ਹਿਰਲੇ ਜਾਵੇ ਹੈ ਮਨ ਖੰਦਲੇ ਖਬਰ ਨਾ ਪਈਆ। ਮੋਹ ਚ ਫਸਾ ਕੇ ਗੱਲਾਂ ਚ ਪਾ ਕੇ ਸੋ ਇਹ ਜੀਵ ਨੂੰ ਲੁੱਟ ਲੈਂਦੇ ਨੇ। ਇਹਦਾ ਧਰਮ ਅਰਥ ਸਭ ਗੁਣਾਂ ਨੂੰ ਉਜਾੜ ਦਿੰਦੇ ਨੇ। ਇਸ ਪ੍ਰਕਾਰ ਜਿਸ ਭਾਵ ਸੰਸਾਰ ਚ ਸੰਸਾਗਰ ਜੰਗਲ ਇਸ ਭਾਵ ਉਜੜੇ ਹੋਏ ਇਹਨਾਂ ਸਥਾਨਾਂ ਤੇ ਭਰਮ ਦਿਸ਼ਾ ਹੋ ਜਾਂਦੀ, ਦਿਸ਼ਾ ਭਰਮ ਹੋ ਜਾਂਦਾ, ਭਰਮ ਪੈ ਜਾਂਦਾ। ਫਾਹੀਆਂ ਹੁੰਦੀਆਂ, ਨਦੀਆਂ ਹੁੰਦੀਆਂ, ਕਠਨ ਥਾਂ ਹੁੰਦੇ ਨੇ, ਅੱਗ ਲੱਗੀ ਹੁੰਦੀ ਹੈ। ਇੱਥੇ ਵੀ ਐਵੇਂ ਹੀ ਹੈ। ਹੀਤ ਮੋਹ ਪੈ ਭਰਮ ਭ੍ਰਮਣ ਅਹੰ ਫਾਸ ਤੀਖਣ ਕਠਨ ਹੈ। ਜਿਹੜਾ ਹਿੱਤ ਤੇ ਮੋਹ ਇਹ ਭੈ ਡਰ ਤੇ ਭਰਮ ਜੀ ਭ੍ਰਮਣ ਹੋ ਰਿਹਾ, 84 ਭੋਗ ਰਿਹਾ, ਫਿਰ ਰਿਹਾ, ਘੁੰਮਣ ਘੇਰੀ ਚ ਪਿਆ ਹੋਇਆ। ਫਾਸ ਫਾਹੀਆਂ ਤੀਖਣ ਕਠਨ ਕਠਨ ਭਾਵ ਔਖੀਆਂ। ਇਸ ਪ੍ਰਕਾਰ ਕਿਹੋ ਜੀਆਂ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਣ ਹੈ। ਇੱਕ ਪਾਸੇ ਪਾਵਕ ਜੰਗਲ ਨੂੰ ਅੱਗ ਲੱਗੀ ਹੋਈ ਹੈ ਜੀਵ ਤੈਨੂੰ ਤ੍ਰਿਸ਼ਨਾ ਰੂਪੀ, ਦੂਜੇ ਪਾਸੇ ਆਸਾ ਵਾਲੀਆਂ ਨਦੀਆਂ, ਆਸਾ ਤ੍ਰਿਸ਼ਨਾ ਵਾਲੀਆਂ ਨਦੀਆਂ, ਤ੍ਰਿਸ਼ਨਾ ਵਾਲੀ ਅੱਗ ਬਲ ਰਹੀ ਆਸਾ। ਇਹਦੇ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਾਲਾ ਜਲ ਤੋ ਜਲ ਅਸਾਧ ਬੜਾ ਔਖਾ ਕਠਨ, ਘੋਰ ਭਿਆਨਕ ਅਗਮ ਕਠਨ ਬੜਾ ਮਹਿੰਗਾ। ਸੋ ਤੀਰ ਕਿਨਾਰਾ ਵਿਰਾਗ ਰੂਪੀ ਪ੍ਰਾਪਤ ਹੋਵੇ ਤੇ ਲੰਘਿਆ ਜਾਵੇ। ਨਹਿ ਲੰਘਣ ਹੈ, ਨਹੀਂ ਲੰਘਿਆ ਜਾਣਾ ਬੜਾ ਮੁਸ਼ਕਲ ਹੈ। ਇੱਕ ਪਾਸੇ ਅਗਨੀ ਬਲ ਰਹੀ ਹੈ, ਇੱਕ ਪਾਸੇ ਨਦੀ ਵਗ ਰਹੀ ਹੈ। ਅਗਮ ਕਠਨ ਔਖਾ ਕਿਨਾਰਾ ਹੈ। ਸਤਿਗੁਰੂ ਨੂੰ ਭਾਵੇ ਤੇ ਲੰਘਿਆ ਜਾ ਸਕਦਾ ਹੈ। ਜੇ ਗੁਰੂ ਦੇ ਨਾਮ ਦਾ ਆਸਰਾ ਲਿਆ ਜਾਵੇ ਫਿਰ ਇਹਨਾਂ ਚੋਰਾਂ ਤੋਂ, ਨਦੀ ਤੋਂ, ਆਸਾ ਤ੍ਰਿਸ਼ਨਾ ਤੋਂ ਬਚਿਆ ਜਾ ਸਕਦਾ ਹੈ। ਨਹੀਂ ਤੇ ਦਿਨੇ ਰਾਤ ਅੱਗ ਬਲੀ ਜਾਂਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਦਰਨ ਕਿਰਪਾ। ਕੀ ਕਰਨਾ ਚਾਹੀਦਾ ਜੀ? ਭਜ ਪਰਮੇਸ਼ਰ ਦਾ ਭਜਨ ਸਿਮਰਨ, ਸਾਧੂ ਮਹਾਤਮਾ ਸੰਗ ਨਾਲ ਮਿਲ ਕੇ ਉਸ ਗੋਪਾਲ ਕਰਤੇ ਪੁਰਖ ਦਾ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਨਾਨਕ ਹਰੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ। ਉਧਾਰ ਤੇਰਾ ਹੋ ਜਾਵੇਗਾ, ਕਿਰਪਾ ਹੋ ਜਾਵੇਗੀ, ਬਖਸ਼ ਹੋ ਜਾਵੇਗੀ। ਇਸ ਪ੍ਰਕਾਰ ਪਰਮੇਸ਼ਰ ਦਾ ਭਜਨ ਸਿਮਰਨ ਕਰ ਲੈ। ਇਵੇਂ ਸੁਣਾਉਂਦੇ ਹਨ, ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲ ਅੰਗ ਰੋਗ ਖੰਡਣ ਹੈ। ਸਾਰ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ। ਬੇਨਤੀ ਕਰ ਕਿਰਪਾ, ਕਿਰਪਾ ਕਰੰਤ ਕਰੋ हे ਗੋਬਿੰਦ ਹੈ, हे ਗੋਪਾਲ ਹੈ। ਸਗਲ ਅੰਗ ਇੱਕ ਨਹੀਂ, ਸਾਰੇ ਰੋਗ ਮਹਾਰਾਜ ਸਾਹਿਬ ਤੁਸੀਂ ਖੰਡਣ ਵਾਲੇ ਹੋ, ਦੂਰ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸਾਰਾ ਸੰਸਾਰ ਹੀ ਰੋਗੀ ਹੈ, ਤੁਹਾਡਾ ਨਾਮ ਹੀ ਦਾਰੂ ਹੈ। ਸੱਚ ਤੋਂ ਬਿਨਾ ਮੈਲ ਲੱਗੀ ਹੋਈ ਹੈ। ਸੱਚੇ ਪਾਤਸ਼ਾਹ ਤੁਸੀਂ ਲਾਉਣ ਵਾਲੇ ਹੋ, ਸਭ ਰੋਗਾਂ ਨੂੰ ਖੰਡਣ ਵਾਲੇ ਹੋ, ਆਸਾ ਤ੍ਰਿਸ਼ਨਾ ਤੋਂ ਬਚਾਉਣ ਵਾਲੇ ਹੋ, ਕਾਮ ਕ੍ਰੋਧ ਤੋਂ ਬਚਾਉਣ ਵਾਲੇ ਹੋ, ਇਹਨਾਂ ਤਸਕਰ ਚੋਰਾਂ ਤੋਂ ਬਚਾਉਣ ਵਾਲੇ ਹੋ, ਮੁਕਤੀ ਰੂਪ ਕਿਨਾਰੇ ਤੇ ਬਚਾਉਣ ਵਾਲੇ ਹੋ, ਮੋਹ ਰੂਪੀ ਚੱਕਰ ਤੋਂ ਕੱਢਣ ਵਾਲੇ ਹੋ। ਇਸ ਪ੍ਰਕਾਰ ਬੇਨਤੀ ਕਰੋ। ਸਾਰ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ। ਸਾਰ ਸੰਗੇਣ ਮਹਾਤਮਾ ਦੀ ਸੰਗਤ, ਗੁਰੂ ਕੀ ਸੰਗਤ, ਚੁੱਪ ਕਰਕੇ ਨਹੀਂ ਬਹਿਣਾ। ਗੁਣ ਰਮੰਤ ਉਚਾਰਨੇ ਪਰਮੇਸ਼ਰ ਦੇ ਸੁਣਨੇ। ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਸੰਤ ਮਸਤ ਕਰ ਰਹੀਏ। ਰਮਤ ਉਚਾਰਨ ਨਾਲ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ। ਸ਼ਰਨ ਗ੍ਰਹਿਣ ਕਰਨੀ ਪਰਿਪੂਰਨ ਹਰ ਪੱਖ ਤੋਂ ਪਰਮੇਸ਼ਰ ਨਿਰੰਕਾਰ। ਦੁਨੀਆ ਤੇ ਅੱਖਾਂ ਨਾਲ ਵੇਖਣ ਵਾਲੀ ਕੋਈ ਵਸਤੂ ਪੂਰਨ ਨਹੀਂ, ਸੰਪੂਰਨ ਨਹੀਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਮਿਥਿਆ ਹੈ, ਝੂਠੀ ਹੈ, ਨਾਸ਼ਵਾਨ ਹੈ। ਪੂਰਨ ਪਰਮੇਸ਼ਰ ਨਿਰੰਕਾਰ ਕਾਲ ਪੁਰਖ, ਉਹਦੀ ਬਾਣੀ ਪੂਰੀ, ਹਰ ਪੱਖ ਚੋਂ ਪੂਰੀ ਸੁਧ ਲਿਖਿਆ ਹੋਇਆ ਹੈ। ਇਹਦੇ ਤੇ ਕਿੰਤੂ ਪਰੰਤੂ ਕਰਨ ਵਾਲੇ ਨੂੰ ਕਿਸੇ ਜਹਾਨ, ਕਿਸੇ ਸਮੇਂ ਕਦੇ ਢੋਈ ਨਹੀਂ ਮਿਲੇਗੀ। ਹਰ ਪੱਖ ਚੋਂ ਪੂਰੀ ਸਾਹਿਬ ਸੱਚੇ ਪਾਤਸ਼ਾਹ ਆਖਰੀ ਸੁਧ ਕੀਤੇ ਲਿਖ ਦਿੱਤਾ। ਹੋਰ ਸੋਧਣ ਲਈ ਕੋਈ ਕਲਮ ਨਾ ਚੁੱਕੇ।
ਬੇਸਮਝੀ ਹੋਵੇਗੀ, ਗਿਆਨਤਾ ਹੋਵੇਗੀ, ਘਰਾਂ 'ਚ, ਤਾਲਾਂ 'ਚ, ਪਦਾਂ 'ਚ, ਸਾਂਝੀ ਵਾਲਤਾ 'ਚ, ਹਰ ਪੱਖ 'ਚੋਂ ਪੂਰਨ ਪਰਮੇਸ਼ਰ ਨਿਰੰਕਾਰ ਦੇ ਗੁਣਾਂ ਨੂੰ ਗੁਰੂ ਚਰਨਾਂ 'ਚ ਬਹਿ ਕੇ ਰਮੰਤ ਉਚਾਰਨਾ ਕਰੋ ਤੇ ਸੁਣਨਾ ਕਰੋ। ਇਹੀ ਸਫਲ ਤਰੀਕਾ ਹੈ। ਹੋਰ ਹਜ਼ੂਰ ਕੀ ਕਹਿੰਦੇ ਐ? ਸਿਆਮਲੰ ਬਦਰ ਮਨੁੱਖਿਅੰ ਹਿਰਦਿਅੰ ਭੂਮ ਵੈਰਣ ਹੈ, ਨਿਵੰਤ ਹੋ ਵੰਤ ਮਿਥਿਆ, ਚੇਤਨੰ ਸੰਤ ਸੁਭਜਨ ਹੈ। ਦੋ ਤਰ੍ਹਾਂ ਦੇ ਅਰਥ, ਅੱਖਰੀ ਅਰਥ, ਉਂਤਰੀ ਅਰਥ। ਮਹਾਤਮਾ ਕਈ ਤਰ੍ਹਾਂ ਦੇ ਅਨੁਭਵੀ ਅਰਥ ਕਰ ਲੈਂਦੇ ਨੇ। ਗੁਰਬਾਣੀ ਦਾ ਬੋਧ ਜਾਣਨਾ ਤਾਂ ਡੂੰਘਾ ਹੈ, ਹਰ ਇੱਕ ਦੀ ਪਹੁੰਚ ਨਹੀਂ। ਕੀ ਕਹਿੰਦੇ ਨੇ? ਸਿਆਮਲੰ, ਸੌਲੇ ਰੰਗ ਦਾ ਮਧਰਾ ਸਰੀਰ ਦਾ ਮਨੁੱਖ ਬੰਦਾ, ਉਹਦੇ ਹਿਰਦੇ ਰੂਪੀ ਭੂਮ ਵਿੱਚ ਵੈਰਣ ਹੈ, ਵੈਰ ਹੁੰਦਾ ਹੈ। ਇਸ ਪ੍ਰਕਾਰ ਉਹਦਾ ਨਿਵੰਤ ਹੋਵੰਤ, ਨਿਉਣਾ ਹੋਵਣਾ ਮਿਥਿਆ ਝੂਠਾ ਹੈ, ਝੁਕਣਾ। ਚੇਤਨੰ ਸਾਵਧਾਨ ਸੰਤ ਜਨ, ਸੋ ਸਵਜਨ ਹੈ ਮਹਾਤਮਾ ਜਨ, ਉਹ ਤੋਂ ਸਾਵਧਾਨ ਰਹਿੰਦੇ ਨੇ। ਸੋ ਇਸ ਪ੍ਰਕਾਰ ਅਖਰੀ ਅਰਥ ਤੇ ਇਸੇ ਤਰ੍ਹਾਂ ਹੀ ਸਿਆਮਲੰਗ, ਸਿਆਮ ਰੰਗ ਦਾ ਭਗਵਾਨ, ਸੋ ਮਦਰ ਸੁੰਦਰ, ਜਿਸ ਮਨੁੱਖ ਦੇ ਹਿਰਦੇ 'ਚ ਵਸ ਜਾਵੇ। ਅੰਤਰੀ ਅਰਥ ਕਰ ਲੈਂਦੇ। ਹਿਰਦੇ ਵਿੱਚ ਰੂਪੀ ਭੂਮ ਵਿੱਚ ਭਾਵ ਧਰਤੀ 'ਚ ਵੈਰ ਨਹੀਂ, ਉਹ ਵੈਰ ਤੋਂ ਰਹਿਤ ਹੋ ਜਾਂਦੀ ਹੈ। ਪ੍ਰਭੂ ਵਸਦਾ ਹੀ ਉੱਥੇ ਜਿੱਥੇ ਵੈਰ ਭਾਵ ਤੇ ਈਰਖਾ ਮਨ 'ਚੋਂ ਨਿਕਲ ਜਾਵੇ, ਨਹੀਂ ਤੇ ਉਹਦਾ ਵਾਸਾ ਹੋ ਹੀ ਨਹੀਂ ਸਕਦਾ। ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਜ ਤਿਸ ਕੋ ਦੇ ਸਜਾਏ। ਦੁਬਿਧਾ ਰੋਗ ਸੋ ਅਦਕ ਵਡੇਰਾ, ਮਾਇਆ ਕਾ ਮੁਹਤਾਜ ਪਿਆ। ਫਿਰ ਬੇਨਤੀ ਕਰੀਏ, ਜੇ ਤੁਠਾਂ ਕਿਰਪਾ ਨਿਧਾਨ, ਨਾ ਦੂਜਾ ਵਿਖਾਲ। ਇਹ ਪਾਈ ਮੂੰਹ ਦਾਤਰੀ, ਹਿਰਦੇ ਰੱਖਾਂ ਸੁਮਾਲ। ਨਿਵੰਤ ਹੋਵੰਤ ਮਿਥਿਆ, ਉਹਨਾਂ ਨੂੰ ਜਿਹੜਾ ਨਿਉਂਦਾ ਹੈ ਉਹ ਦਿਲੋਂ ਨਿਉਂਦੇ ਹਨ। ਹੋਵੰਤ ਸਦੀਵੀ ਹੀ ਮਿਥਿਆ ਸੰਸਾਰ ਨੂੰ ਸਮਝ ਲੈਂਦੇ ਨੇ। ਚੇਤਨੰ ਪਰਮੇਸ਼ਰ ਨਿਰੰਕਾਰ, ਸੰਤ ਜਨ ਸਵਜਣ ਹੈ, ਸਰਬ ਦੇ ਸੱਜਣ ਹੋ ਜਾਂਦੇ ਨੇ। ਹਰ ਇੱਕ ਦਾ ਭਲਾ ਮੰਗਦੇ ਨੇ, ਭਲਾ ਕਰਦੇ ਨੇ, ਉਹਦਾ ਆਪਣਾ ਹੁੰਦਾ ਹੈ। ਇਸ ਪ੍ਰਕਾਰ ਹੋਰ ਵੀ ਟਿਕਾ ਕੇ ਅਰਥ ਮਹਾਤਮਾ ਕਰ ਲੈਂਦੇ ਨੇ। ਪਹਿਲਾ ਤੇ ਦੂਜਾ ਇਸ ਪ੍ਰਕਾਰ ਹੁੰਦਾ ਹੈ। ਅੱਗੇ ਹਜ਼ੂਰ ਕੀ ਕਹਿੰਦੇ ਹੈ? ਗਰੀਬ ਨਵਾਜ ਨੂੰ ਭਾਵੇ ਸ਼ਲੋਕ ਸੰਪੂਰਨ ਹੋ ਜਾਣ। ਅਚੇਤ ਮੂੜਾ ਨਾ ਜਣੰਤ, ਘਟੰਤ ਸਾਸਾ ਨਿਤ ਪ੍ਰਤੇ। ਸੁਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗਰਾਸ ਤੇ। ਅਰਚੰਤ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਬਿਨੋਦ। ਭਰਮੰਤ ਬਹੁ ਜਨਮ ਹਾਰਿਓ, ਸਰਨ ਨਾਨਕ ਕਰ ਨਾਮ ਹੈ। ਕਿ ਬੋਲੀ ਆ ਸਾਹਿਸ ਕ੍ਰਿਤੀ। ਇਸ ਪ੍ਰਕਾਰ ਇਹਦਾ ਪਾਠ ਪੂਰਾ ਕਰ ਲਿਆ ਜਾਵੇ, ਸਰੋਤਾ ਜਨ ਵੀਰ ਸੁਣ ਲੈਣ। ਜਿੰਨੀ ਗਿਆਨ ਸਮਝ ਹੈ ਉਤਨਾ ਪਾਠ ਮਨ 'ਚ ਵਸ ਜਾਵੇ। ਚੇਤੇ ਤੋਂ ਅਚੇਤ, ਭੁੱਲਾ ਹੋਇਆ ਮੂੜ ਸੁਭਾਅ ਦਾ। ਨਾ ਜਣੰਤ, ਸਮਝਦਾ ਨਹੀਂ, ਚੇਤੇ ਕਰਦਾ ਨਹੀਂ। ਘਟੰਤ ਸਾਸਾ ਨਿਤ ਪ੍ਰਤੇ, ਜਿਹੜੇ ਸਵਾਸ ਸਰੀਰ ਨੂੰ ਮਿਲੇ ਨੇ ਪਰਮੇਸ਼ਰ ਵੱਲੋਂ ਜਨਮ ਹੋਣ ਤੋਂ। ਗਨ ਘਾਲੇ ਸਭ ਦਿਵਸ ਸਾਸ ਨੇ, ਵੱਢਣ ਘਟਣ ਤਿਲਸਾਰ। ਮਨੁੱਖ ਜਾਤੀ ਸਰੀਰ 'ਚ ਦੁਨੀਆ ਤੇ ਜਾਣ ਵਾਲਿਆ, ਇੰਨੇ ਕੁ ਦਿਨ ਜੀਵੇਂਗਾ, ਇੰਨੇ ਕੁ ਸਵਾਸ ਤੈਨੂੰ ਦਿੱਤੇ ਨੇ, ਐਸ ਬਹਾਨੇ ਤੈਨੂੰ ਮਰਨਾ ਪਊ। ਉਹ ਸਵਾਸ ਤੇ ਦਿਨ ਤੇਰੇ ਘਟੀ ਜਾ ਰਹੇ ਨੇ ਰੱਬ ਪ੍ਰਤੀ ਹਰ ਰੋਜ਼। ਤੂੰ ਅਚੇਤ ਹੋਇਆ, ਤੂੰ ਭੁੱਲਾ ਹੋਇਆ। ਦਿਨ ਤੇ ਪਹਿਰ ਤੇ ਘੜੀਆਂ, ਆਪ ਕਤੇ ਤਨ ਛੀਜੇ। ਕਾਲ ਆਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦ ਕੀਜੇ। ਆਖੀ ਕੇਰੇ ਮਟ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੀ ਜਮਦੀ ਅਤਮਾਮਾ ਆਏ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਝ ਰਹਿਣ ਫਿਰ ਨਾਹੀ। ਅਚੇਤ ਚੇਤੇ ਤੋਂ ਭੁੱਲਿਆ ਮੂੜ, ਤੇਰੇ ਤੂੰ ਜਾਣਦਾ ਨਹੀਂ ਕਿ ਦਿਨ ਘਟ ਰਹੇ ਨੇ, ਸਵਾਸ ਮੁੱਕ ਰਹੇ ਨੇ। ਨਿਤਾ ਪ੍ਰਤੀ ਜਨਨੀ ਜਾਨ ਸੁਤ ਵੱਡਾ ਹੋਤ ਹੈ, ਕਿ ਤੂੰ ਨਾਕ ਨਾ ਜਾਣੇ ਕਿ ਦਿਨ ਦਿਨ ਅਬਦ ਘਟਦਾ ਹੈ। ਮੋਰ ਕਰ ਅਧਿਕ ਲਾੜ ਤਰ ਪੇਖਤ ਹੀ ਜਮ ਰਾਉ ਹੱਸੈ।
ऐसा तैं जग भरम लाया, कैसे बूझे जब होया है माया। की हो रिया जंत महा सुंदरी काया, काल कन्या गरास ते सिरजदी जा रही है, प्राणी हुंदी जा रही है। महा सुंदर ਇਹ ਤੇਰੀ ਕਾਇਆ, ਤੇਰਾ ਸਰੀਰ ਝਿਰੜੀਆਂ ਪੈਂਦੀਆਂ ਜਾ ਰਹੀਆਂ, ਨੇਤਰ ਵਹਿੰਦੇ ਜਾ ਰਹੇ ਹਨ, ਕੰਨ ਸੁਣਨੋਂ ਰਹੀ ਜਾ ਰਹੇ ਹਨ, ਸਰੀਰ ਜਵਾਬ ਦੇਈ ਜਾਂਦਾ ਹੈ। ਕਾਇਆ ਰੂਪੀ ਕਪੜਾ, ਕਾਇਆ ਕਾਪਰ ਚੀਰ ਬਹੁ ਫਾਰੇ, ਪਾੜ ਜਾਣਾ ਹੈ, ਬਿਰਧ ਹੋ ਜਾਣਾ ਹੈ, ਪੁਰਾਣਾ ਹੋ ਜਾਣਾ ਹੈ। ਇਸ ਪ੍ਰਕਾਰ ਕਾਲ ਦੀ ਕੰਨਿਆ ਜਿਹੜੀ ਮੌਤ ਹੈ, ਉਸਨੇ ਗਰਸ ਲੈਣਾ, ਤੈਨੂੰ ਮੂੰਹ ਚ ਪਾ ਲੈਣਾ ਹੈ। ਇਹ ਕਾਲ ਸਭ ਨੂੰ ਜਿਹੜਾ ਮਾਰਨ ਵਾਲਾ ਹੈ, ਤੇ ਕੰਨਿਆ ਤੇਰੀ ਜੀਵ ਆਤਮਾ ਨੂੰ ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ। ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਏ, ਸਮਾਂ ਨੇੜੇ ਹੀ ਹੈ, ਉਸ ਤੋਂ ਡਰ ਉਸ ਨੂੰ ਚੇਤੇ ਰੱਖ। ਤੂੰ ਤਾਂ ਰਚੰਤ ਪੁਰਖ ਹੈ ਕੁਟੰਬ ਲੀਲਾ, ਨਿਤ ਆਸਾ ਵਿਖਿਆ ਬਿਨੋਦ। ਰਚੰਤ ਰਚਿਆ ਹੋਇਆ, ਖੁਬਿਆ ਹੋਇਆ, ਭੁੱਲਿਆ ਹੋਇਆ, ਪਰਮੇਸ਼ਰ ਨੂੰ ਚੇਤੇ ਤੋਂ ਅਚੇਤ ਹੋਇਆ। ਕੁਟੰਬੀਆਂ ਦੀ ਲੀਲਾ ਵਿੱਚ, ਵਿਆਹ ਸ਼ਾਦੀਆਂ ਵਿੱਚ, ਦੇਣ ਤੇ ਲੈਣ ਵਿੱਚ ਅਨਿਤ ਨਿਤ ਨਾ ਰਹਿਣ ਵਾਲੀ ਇਹ ਆਸਾ ਤੇਰੀ ਵਧੀ ਜਾਂਦੀ ਹੈ। ਵਿਖਿਆ ਨਸ਼ਿਆਂ ਦੇ ਵਿਸ਼ਿਆਂ ਦੇ ਵਿਨੋਦ ਕੌਤਕਾਂ ਵਿੱਚ ਖੁਬਿਆ ਹੋਇਆ ਹੈ। ਤੂੰ ਤੇ ਰੱਬ ਨੂੰ ਭੁੱਲਿਆ ਹੋਇਆ ਹੈ, ਨਸ਼ਿਆਂ ਦੇ ਵਿਸ਼ਿਆਂ 'ਚ ਗੁਲਤਾਨ ਹੈ, ਮਨੋਰੰਜਨ 'ਚ ਗੁਲਤਾਨ ਹੈ, ਹਾਸ ਰਾਸ ਵਿੱਚ ਗੁਲਤਾਨ ਹੈ। ਤੂੰ ਚੇਤੇ ਤੋਂ ਭੁੱਲਿਆ ਹੋਇਆ ਹੈ, ਭੁਲੇਖਾ ਹੈ ਤੈਨੂੰ। ਭਰਮੰਤ ਭਰਮੰਤ ਬਹੁ ਜਨਮ ਹਾਰਿਓ, ਸਰ ਨਾਨਕ ਕਰਨਾ ਮਹਿ। ਭਰਮੰਤ ਭਰਮੰਤ ਜੰਮ ਕੇ ਮਰ ਕੇ, ਸੋ ਚੱਕਰ ਭੋਗਦਿਆਂ ਬੜੀਆਂ ਜੂਨਾਂ ਭੋਗਿਆ ਆ, ਬੜੇ ਜਨਮ ਹਾਰਿਆ ਆ, ਬੜੇ ਜਨਮ ਲੰਘ ਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਦੀਸ ਮਿਲਣ ਕੀ ਬਰੀਆ, ਚਿਰੰਕਾਲ ਦੇਹ ਸੰਝਰੀਆ। ਹੁਣ ਕੀ ਕਰੀਏ, ਸਰਣ ਨਾਨਕ ਕਰਨਾ ਮਹਿ। ਕਰਨਾ ਮਹਿ ਕਿਰਪਾ ਦੇ ਖਜ਼ਾਨੇ, ਮਿਆ ਮਿਹਰ ਕਰਨ ਵਾਲੇ, ਕਿਰਪਾ ਕਰਨ ਵਾਲੇ ਸਤਿਗੁਰੂ ਨਿਰੰਕਾਰ ਦੀ ਸ਼ਰਨ ਗ੍ਰਹਿਣ ਕਰ। ਉਹਦੀ ਸ਼ਰਣੀ ਪੈਣ ਤੋਂ ਬਿਨਾਂ ਕੋਈ ਰਸਤਾ ਨਹੀਂ ਤੇਰੇ ਲਈ, ਕੋਈ ਛੁਟਕਾਰਾ ਨਹੀਂ, ਕੋਈ ਛਡਾ ਨਹੀਂ ਸਕਦਾ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਸ਼ੁਭ ਸਿੱਖਿਆ ਦਿੰਦੇ ਹਨ। ਫਿਰ ਕੀ ਕਹਿੰਦੇ ਅਗਲੇ ਸ਼ਲੋਕ 'ਚ, ਹੇ ਜਿਹਬੇ ਹੇ ਰਸ ਗੇ ਮਦਰ ਪ੍ਰਿਆ ਤੋਯੰ, ਸਤਹਤੰ ਪਰਮ ਬਾਦੰ ਅਵਰਤ ਇਥ ਹੈ ਸੁਧ ਆਚਰਣੰ। ਗੋਬਿੰਦ ਦਮੋਦਰ ਮਾਧਵੇ, ਧੰਨ ਧੰਨ ਅਕਾਲ ਪੁਰਖ ਸਰਗੁਣ ਜੋਤ ਗੁਰੂ ਨਾਨਕ ਪਾਤਸ਼ਾਹ ਪੰਜਵਾਂ ਸਰੀਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਡੇ ਜੀਵਾਂ ਦੀ ਕਲਿਆਣ ਕਰਨ ਲਈ ਹੇ ਜਿਹਬੇ ਰਸਨਾ ਨੂੰ ਸੁਬੋਧਨ ਕਰਕੇ ਸਾਡੀਆਂ ਸਾਰੀਆਂ ਰਸਨਾ ਨੂੰ, ਹੇ ਜਿਹਬੇ ਹੇ ਰਸ ਗੇ ਰਸਾਂ ਦੀ ਗਿਆਤਾ, ਰਸਾਂ ਨੂੰ ਲੈਣ ਵਾਲੀ। ਸੋ ਤੇਰਾ ਰੱਜ ਹੁੰਦਾ ਹੀ ਨਹੀਂ, ਸਾਡੀ ਜੇਬ ਨ ਰਜੀਆ ਕਰ ਭੋਗ ਬਲਾਸੇ। ਭਾਈ ਗੁਰਦਾਸ ਜੀ, ਅੱਖਾਂ ਵੇਖਣ ਰਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਉਸਤ ਆਪਣੀ ਤੇ ਨਿੰਦਿਆ ਦੂਜਿਆਂ ਦੀ ਸੁਣ ਸੁਣ। ਤੇਰੇ ਕੰਨ ਨਹੀਂ ਰੱਜਦੇ, ਵੇਖ ਵੇਖ ਅੱਖਾਂ ਨਹੀਂ ਰੱਜਦੀਆਂ, ਤੇ ਰਸ ਲੈ ਲੈ ਤੇਰੀ ਜੇਹਵਾ ਨਹੀਂ ਰਸਦੀ। ਸਪਰਸ਼ ਕਰਨ ਨੂੰ ਚਮੜੀ ਤਿਆਰ ਰਹਿੰਦੀ ਤੇਰੀ। ਹੇ ਜਿਹਵੇ ਰਸ ਗੇ ਗਿਆਤਾ ਰਸਾਂ ਦੀ, ਮਦਰ ਮਿੱਠੇ ਮਿੱਠੇ ਸਵਾਦਲੇ ਪਦਾਰਥ ਤੈਨੂੰ ਬੜੇ ਚੰਗੇ ਲੱਗਦੇ ਐ, ਸੋ ਪਿਆਰੇ ਲੱਗਦੇ ਆ ਤੋਯੰ ਤੈਨੂੰ। ਯਾਦ ਕਰ ਰਸਨਾ, ਕਦੇ ਪਰਮੇਸ਼ਰ ਦੇ ਨਾਮ ਦਾ ਰਸ ਵੀ ਲਿਆ, ਕਦੇ ਨਾਮ ਨੂੰ ਬਾਣੀ ਨੂੰ ਰਸ ਲੈ ਲਿਆ, ਪੜ੍ਹਿਆ ਜਪਿਆ, ਆਨੰਦ ਲੈ ਲਿਆ, ਕਦੇ ਇੱਧਰ ਵੀ ਰਸ ਸਵਾਦ ਲਿਆ। ਦੁਨੀਆ ਦੇ ਰਸ ਫਿੱਕੇ ਆਪੇ ਲੱਗਣਗੇ ਤੈਨੂੰ, ਇੱਧਰ ਦਾ ਰਸ ਤੈਨੂੰ ਅਜੇ ਆਇਆ ਹੀ ਨਹੀਂ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ, ਹਰ ਹਰ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਰੇ ਜਿਹਵਾ ਕਰੂੰ ਸਤਖੰਡ, ਜਾਮਨ ਉਚਰ ਸ੍ਰੀ ਗੋਬਿੰਦ। ਤੁਲਸੀ ਰਸਨਾ ਤਉ ਭਲੀ ਜਾ ਮੁਖ ਕਹੀਏ ਰਾਮ, ਨਹੀਂ ਤੋ ਕਾੜ ਨਕਾਰੀਏ ਮੁਖ ਮੇ ਭਲੋ ਨਾ ਚਾਮ। ਹੇ ਰਸਨਾ, ਤੈਨੂੰ ਤਾਂ ਪਦਾਰਥ ਹੀ ਮਿੱਠੇ ਲੱਗਦੇ ਆ, ਹੋਰ ਵਸਤੂ ਮਿੱਠੀ ਨਹੀਂ ਲੱਗਦੀ, ਪਰ ਪਰਮੇਸ਼ਰ ਦਾ ਨਾਮ ਸਭ ਤੋਂ ਵੱਧ ਮਿੱਠਾ, ਉਸ ਰਸ ਨੂੰ ਲੈਣਾ ਕਰ। ਸਤਹਤੰ ਪਰਮ ਬਾਦੰ ਅਵਰਤ ਇਥ ਹੈ ਸੁਧ ਆਚਰਣ ਹੈ।
ਗੋਬਿੰਦ ਦਮੋਦਰ ਮਾਧਵੇ। ਸਤ ਪ੍ਰਤੱਗੀ ਹੋਣਾ ਚਾਹੀਦਾ ਸੀ, ਸੱਚ ਬੋਲਣਾ ਚਾਹੀਦਾ ਸੀ। ਸੋ ਸੱਚਾ ਤੇ ਮਿੱਠਾ ਤੇ ਘੱਟ ਬੋਲਣਾ ਚਾਹੀਦਾ। ਤੂੰ ਹਾਥੀ ਹੋ ਗਈ ਹੋ, ਇਸ ਪਾਸਿਓਂ ਤੇਰੀ ਮੌਤ ਹੀ ਹੋ ਗਈ। ਮੂੰਹ ਚ ਘੁੰਗਣੀਆਂ ਪੈ ਗਈਆਂ ਸੱਤ ਵਾਲੇ ਪਾਸਿਓਂ। ਪਰਮ ਵੱਡੇ ਵੱਡੇ ਬਾਦੰਗ ਝਗੜਿਆਂ ਕਰਨ ਨੂੰ ਬੜੀ ਤਿਆਰ ਰਹਿੰਦੀ ਹੈ, ਬੜਾ ਬੋਲਦੀ ਹੈ, ਅਵਰਤ ਹੈ, ਵਰਤ ਰਹੀ ਇਥੇ ਥਾਂ ਤੇ ਸੁਧ ਅਛੜਨ। ਤੇ ਪਰਮੇਸ਼ਰ ਦਾ ਨਾਮ ਸੀ, ਉਹ ਤੂੰ ਜਪਿਆ ਨਹੀਂ। ਆ ਖਰਨ ਖਰਣੇ ਤੋਂ ਯਾਰ ਸੁਧ ਅਛੜਨ ਕੀ ਸੀ? ਗੋਬਿੰਦ ਦਮੋਦਰ ਮਾਧਵੇ। ਇਹ ਸਭ ਪਰਮੇਸ਼ਰ ਦੇ ਨਾਮ ਨੇ, ਅਕਾਲ ਪੁਰਖ ਦੇ ਨਾਮ ਨੇ। ਭਗਤਾਂ ਨੇ ਵੱਖਰੇ ਵੱਖਰੇ ਸਮੇਂ ਅਨੁਸਾਰ ਰੱਖੇ ਨੇ। ਗੋਬਿੰਦ ਦਾ ਨਾਮ ਜਪ ਲੈ, ਦਮੋਦਰ ਪਰਮੇਸ਼ਰ ਦਾ ਨਾਮ ਜਪ ਲੈ, ਮਾਧਵੇ ਮਾਇਆ ਦੇ ਪਤੀ ਕਰਤੇ ਪੁਰਖ ਦਾ ਨਾਮ ਜਪ ਲੈ। ਇਸ ਪ੍ਰਕਾਰ ਸਤ ਸੰਗਤ ਵਿੱਚ ਆ ਕੇ ਦੂਜਿਆਂ ਨਾਲ ਮਿਲ ਕਰਕੇ ਸੋ ਗਰਭੰਤ ਨਾਰੀ ਮਧੋਨ ਮਤੰ ਬਲਵੰਤ ਬਲਾਤ ਕਾਰਨ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਮਦੋਨ ਸੋ ਮਦ ਵਿੱਚ ਮਤੰਗ ਮਸਤ ਹੋਈ, ਗਰਬੰਤ ਹੰਕਾਰ ਕਰਨ ਵਾਲੀ ਨਾਰੀ, ਚਾਹੇ ਜੀਵ ਰੂਪੀ ਪ੍ਰਤਾਖੀ ਇਸਤਰੀਆਂ ਵਕਾਰੀ, ਇਸੇ ਪ੍ਰਕਾਰ ਜੀਵ ਰੂਪੀ ਇਸਤਰੀ ਮਦ ਮਸਤੀ ਵਿੱਚ ਹੰਕਾਰ ਵਿੱਚ ਮਸਤ ਹੋਈ ਦਿਨੇ ਰਾਤ, ਕਿਸੇ ਨੂੰ ਪੱਲੇ ਨਾ ਬੰਨਣ ਵਾਲੀ, ਮੈਂ ਕਰਨ ਵਾਲੀ। ਸੋ ਕੀ ਕਰਦੀ? ਬਲਵੰਤ ਬਲ ਵਾਲੇ ਵੱਡਿਆਂ ਵੱਡਿਆਂ ਦੇ ਬਲਾਤ ਕਾਰਨ, ਵਿਕਾਰ ਦੇ ਕਾਰਨ ਬਣ ਜਾਂਦੀ ਹੈ। ਇਹਨੇ ਕਿਸੇ ਨੂੰ ਛੱਡਿਆ ਨਹੀਂ। ਬੜਿਆਂ ਬੜਿਆਂ ਦੇ ਤਪੇ ਤਪੀਸਰ ਡੋਲੇ ਚੀਤ, ਬੜਿਆਂ ਬੜਿਆਂ ਦੀ ਬੁਰੀ ਹਾਲਤ ਕਰੀ। ਸਰਜੋਗੋਂ ਤੋਂ ਲੈ ਕੇ ਸਾਖੀਆਂ ਦੀ ਵਿਚਾਰ ਕੀਤੀ ਜਾਵੇ ਤੇ ਲੰਮੀਆਂ ਲੰਮੀਆਂ ਨਾਲ ਜੁੜਦੀਆਂ। ਸੋ ਭਾਵ ਇੰਡੀਆ ਹਿੰਦੁਸਤਾਨ ਵੇਖੇ ਸਿਆਲ ਦੇ ਦਿਨਾਂ 'ਚ ਬੜੀ ਧੁੰਦ ਧੂੜ ਪੈਂਦੀ ਹੈ। ਕਿੱਥੋਂ ਰਮਤਾ ਹੋਈ? ਪਰਾਸਰ ਰਿਖੀ ਮਲਾਹ ਭਾਵ ਗਿਆ ਬੇੜੀ 'ਚ ਬੈਠਾ ਹੈ, ਉਹਦੀ ਬੱਚੀ ਪ੍ਰਸ਼ਾਦਾ ਲੈ ਕੇ ਆਈ। ਸੋ ਕਹਿੰਦਾ ਮੈਨੂੰ ਜਲਦੀ ਪਾਰ ਕਰ। ਕਹਿੰਦਾ ਪ੍ਰਸ਼ਾਦੀ ਦਾ ਅੰਨ ਦਾ ਸਤਿਕਾਰ ਜ਼ਰੂਰੀ ਹੈ, ਪਰ ਉਧਰ ਰਿਖੀ ਦਾ ਪਾਰਾ ਵਧੀ ਜਾਂਦਾ ਹੈ। ਕਹਿੰਦਾ ਬੇਟੀ ਤੂੰ ਪਾਰ ਕਰਿਆ, ਕਿਤੇ ਰਿਖੀ ਸਰਾਫ ਨਾ ਦੇ ਦੇ। ਸੋ ਬੇੜੀ 'ਚ ਬੈਠੇ ਉਸ ਬੱਚੀ ਨੂੰ ਵੇਖ ਕੇ ਚਿੱਤ ਲੁਭਾਇਮਾਨ ਹੋ ਗਿਆ। ਉਸ ਮੌਕਾ ਇਹਨੇ ਧੁੰਦ ਪਾ ਦਿੱਤੀ ਪਾਣੀ ਚੂੜੀ 'ਚ ਲੈ ਕੇ। ਲੰਬਾ ਪ੍ਰਸੰਗ ਹੈ, ਉਦੋਂ ਤੋਂ ਸ਼ੁਰੂ ਹੋਈ ਹੈ, ਦੁਨੀਆ ਤੰਗ ਕਰਕੇ ਮਾਰ ਦਿੱਤੀ। ਉਹਦੇ ਤੋਂ ਪ੍ਰੰਤ ਫਿਰ ਬਿਆਸ ਰਿਖੀ, ਸੋ ਜਿਹੜਾ ਵੇਦਾਂ ਦਾ 18 ਪੁਰਾਣਾਂ ਦਾ ਲਿਖਾਰੀ ਉਹ ਪੈਦਾ ਹੋਇਆ ਸੀ। ਇਸ ਪ੍ਰਕਾਰ ਸ੍ਰਿੰਗੀ ਰਿਖੀ ਵਿਵਾਂਡਵ ਰਿਖੀ ਦਾ ਪੁੱਤਰ, ਜੰਗਲਾਂ 'ਚ ਰਹਿਣ ਵਾਲਾ, ਜਿਹਦੇ ਪਿਤਾ ਨੇ ਉਹਨੂੰ ਜਣਾਇਆ ਤੱਕ ਵੀ ਨਹੀਂ ਸੀ ਕਿ ਜਨਾਨੀ ਕੀ ਚੀਜ਼ ਹੁੰਦੀ ਹੈ, ਉਹਦੀ ਬੁਰੀ ਹਾਲਤ ਹੋਈ। ਸੋਲੋਮਸ ਰਾਜੇ ਦੇ ਰਾਜ ਵੇੜੇ ਵੇਸਵਾ ਨੇ ਜਾ ਕੇ ਪ੍ਰੇਰ ਲਿਆ ਤੇ 13 ਧੀਆਂ ਪੁੱਤਰ ਪੈਦਾ ਕਰ ਲਏ। ਕਵੀ ਸੰਤੋਖ ਸਿੰਘ ਸੂਰ ਪ੍ਰਕਾਸ਼ ਦੀ ਗਵਾਹੀ ਹੈ। ਸੋ ਇਸੇ ਪ੍ਰਕਾਰ ਜੈਮਨ ਮੁਨੀ ਵਿਆਸ ਦਾ ਚੇਲਾ ਗ੍ਰੰਥ ਲਿਖ ਦਿੱਤਾ। ਕੀ ਕਹਿੰਦਾ? ਜੇ ਗਿਆਨ ਮਾਨ ਨੂੰ ਵਿਸ਼ੇ ਆਦਿਕ ਨਹੀਂ ਪਹੁੰਚ ਸਕਦੇ, ਕਹਿੰਦੇ ਬੇਟਾ ਤੂੰ ਠੀਕ ਨਹੀਂ ਲਿਖਿਆ ਜੀ, ਸੱਚ ਲਿਖਿਆ ਹੈ। ਫਿਰ ਜਦੋਂ ਪਰਖ ਕੀਤੀ ਤੇ ਹਾਰ ਗਿਆ ਵਿਚਾਰਾ, ਪਰਖ ਵਿੱਚ ਡੋਲ ਗਿਆ। ਇਸ ਪ੍ਰਕਾਰ ਸੋ ਇਹਦੀ ਹਾਲਾਤ ਇਹ ਹੋਈ ਸੀ। ਇਸੇ ਤਰ੍ਹਾਂ ਨਾਰਦ ਮੁਨੀ ਬ੍ਰਹਮਾ ਦਾ ਚੇਲਾ ਬ੍ਰਹਮਾ ਦਾ ਪੁੱਤਰ, ਤੇ ਕਈਆਂ ਨੂੰ ਜਿਹਨੇ ਚੇਲੇ ਬਣਾਇਆ, ਧਰੂ ਪ੍ਰਹਿਲਾਦ ਆਦਿਕ ਵਰਗਿਆਂ ਨੂੰ, ਜਿਹਦਾ ਮਿਲਾਪ ਗੁਰੂ ਨਾਨਕ ਪਾਤਸ਼ਾਹ ਨਾਲ, ਜਿਹਦਾ ਮਿਲਾਪ ਦਸਮ ਪਾਤਸ਼ਾਹ ਨਾਲ, ਜਿਹੜਾ ਹੁਣ ਤੱਕ ਧਰਤੀ ਦਾ ਭਰਮਣ ਕਰੀ ਜਾਂਦਾ ਹੈ। ਇਹ ਵੀ ਹੱਥ ਵੇਖਣ ਦੇ ਵੇਲੇ ਜਦੋਂ ਪਰਖ ਕੀਤੀ ਸੀ, ਭਗਵਾਨ ਨੇ ਸਵੰਬਰ ਰਚ ਕੇ ਬੱਚੀ ਦਾ ਤੇ ਹਾਰ ਗਿਆ ਸੀ। ਬਾਂਦਰ ਦਾ ਮੂੰਹ ਲਵਾਉਣਾ ਪਿਆ ਤੇ ਰੋਣਾ ਪਿਆ ਤੇ ਸਰਾਫ ਦੇਈ ਜਾਂਦਾ ਹੈ। ਇਹ ਹਾਲਾਤ ਵੱਡੇ ਬਲ ਵਾਲੇ ਦੀ ਇਸ ਤਰ੍ਹਾਂ ਹੋਈ। ਇਹ ਸਾਰੀਆਂ ਦੀਆਂ ਸਾਖੀਆਂ ਲੰਬੀਆਂ ਲੰਬੀਆਂ ਗ੍ਰੰਥਕਾਰਾਂ ਨੇ ਲਿਖੀਆਂ ਨੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਤੇ ਬਚਾਅ ਹੋ ਸਕਦਾ ਹੈ, ਤੇ ਨਹੀਂ ਤੇ ਨਹੀਂ। ਪਿਛਲੇ ਯੁੱਗਾਂ ਦੇ 6 ਜਤੀ ਕੇਵਲ ਗਿਣਤੀ 'ਚ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਿੱਖ ਕਲਗੀਧਰ ਦੇ ਪੁੱਤਰ ਬੇਅੰਤ ਏਕਾ ਨਾਰੀ ਜਤੀ, ਤੇ ਹੁਣ ਵੀ ਤੇ ਗਾਂ ਵੀ ਹੋਣਗੇ। ਸਤਿਗੁਰੂ ਨੂੰ ਭਾਵੇ ਸਤਵੰਤੀਆਂ ਬੀਬੀਆਂ, ਸੋ ਉਹਨਾਂ ਦੀ ਗਿਣਤੀ ਉਹਨਾਂ ਨਾਲ ਨਹੀਂ ਤੁਲਨਾ ਦਿੱਤੀ ਜਾ ਸਕਦੀ ਜਿਹਦਾ ਇਸ਼ਾਰਾ ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਹੈ। ਇਹ ਵਿਕਾਰੀਆਂ ਦੇ ਪਾਜ ਖੋਲੇ, ਜਿਵੇਂ ਦਸਮ ਪਾਤਸ਼ਾਹ ਮਹਾਰਾਜ ਦਸਮ ਗ੍ਰੰਥ ਵਿੱਚ
405 ਚਰਿੱਤਰਾਂ ਵਿੱਚ ਵਿਕਾਰੀਆਂ ਸੋ ਰਾਜੀਆਂ ਦੈਂਤਾਂ ਤੇ ਇਹਨਾਂ ਵੇਸਵਾਵਾਂ ਦੇ ਪਾਜ ਖੋਲੇ ਨੇ ਕੀ ਕਰਦੀਆਂ ਰਹੀਆਂ। ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਾਜ ਖੋਲੇ ਨੇ। ਦਸਮ ਗ੍ਰੰਥ ਨਾਲੋਂ ਡਬਲ ਵੱਧ ਪੰਕਤੀਆਂ ਪ੍ਰਮਾਣ ਤੁਹਾਨੂੰ ਮਿਲ ਸਕਦੇ ਨੇ। ਇਹ ਵਿਕਾਰੀ ਲੋਕ ਕੀ ਕਰਦੇ ਨੇ, ਵੱਡਿਆਂ ਵੱਡਿਆਂ ਨੂੰ ਇਹ ਡੁਲਾ ਦਿੰਦੇ ਨੇ, ਯਤਨ ਕਰ ਰਹੇ ਨੇ। ਚਰਨ ਕਮਲ ਨਹਿ ਭਜੰਤ ਤਿਰਨ ਸਮਾਨ, ਧਿਗ ਜਨਮ ਰਹਿ ਗੁਰੂ ਕੇ ਚਰਨ ਕਮਲ ਫੁੱਲ ਸਰੀਖੇ। ਉਹਨਾਂ ਨੂੰ ਨਹੀਂ ਭੱਜਦੇ, ਚਰਨਾਂ ਨਾਲ ਨਹੀਂ ਲੱਗਦੇ, ਨਹੀਂ ਜੁੜਦੇ, ਔਗੁਣੀ ਲੱਭਦੇ ਐ। ਕਈਆਂ ਦਾ ਸੁਭਾਅ ਜੋ ਹੋਇਆ ਬੜਾ ਸੁੰਦਰ ਫਰਸ਼ ਲੱਗਿਆ ਹੋਵੇ, ਜੇ ਫਰਸ਼ ਦੇ ਉੱਪਰ ਕੀੜੀ ਆ ਜਾਵੇ ਉਹਨੂੰ ਫਰਸ਼ ਪਸੰਦ ਨਹੀਂ। ਕੀ ਪਸੰਦ ਹੈ? ਉਹ ਫਰਸ਼ ਵਿੱਚ ਤਰੇੜ ਲੱਭਦੀ ਹੈ ਤੇ ਤੁਰੀ ਰਹਿੰਦੀ ਹੈ, ਖਲੋਂਦੀ ਦਿਖਦੀ ਨਹੀਂ। ਉਹਨੂੰ ਕਿਤੇ ਨਾ ਕਿਤੇ ਲੱਭ ਜਾਂਦੀ, ਕੋਈ ਨਾ ਕੋਈ ਉੱਥੇ ਪ੍ਰਵੇਸ਼ ਕਰਦੀ ਹੈ। ਇਹੋ ਜਿਹੇ ਸੁਭਾਅ ਦੇ ਬੇਅੰਤ ਦੁਨੀਆ ਤੇ ਪੈਦਾ ਹੋਏ ਨੇ। ਸਤਿਗੁਰੂ ਇਹਨਾਂ ਨੂੰ ਸਮਤ ਦੇਣ। ਹਰੇਕ ਮਹਾਤਮਾ ਦੀ ਤਰੇੜ ਲੱਭਦੇ ਨੇ, ਹਰੇਕ ਗ੍ਰੰਥ ਵਿੱਚੋਂ ਤਰੇੜ ਲੱਭਦੇ ਨੇ, ਗੁਰੂਆਂ 'ਚ ਵੀ ਗਲਤੀਆਂ ਲੱਭਦੇ ਨੇ, ਸਿਆਣੇ ਬਣ ਕੇ ਸੁਧਾਰਨ ਲੱਗ ਜਾਂਦੇ ਨੇ। ਇਸ ਪ੍ਰਕਾਰ ਦਾ ਸੁਭਾਅ ਨਹੀਂ ਹੋਣਾ ਚਾਹੀਦਾ। ਤਿਰਨ ਕੱਖ ਦੇ ਸਮਾਨ ਜ਼ਿੰਦਗੀ ਹੈ ਇਹਨਾਂ ਦੀ। ਚਰਨ ਕਮਲ ਨਹਿ ਭਜੰਤ, ਜੁੜੋ ਪਰਮੇਸ਼ਰ ਦੇ ਚਰਨਾਂ ਨਾਲ। ਦੇਖੋ ਹਰ ਇੱਕ ਵਿੱਚ ਗੁਣ, ਗ੍ਰੰਥਕਾਰ ਦੇ ਗੁਣ ਅਵਗੁਣ ਸਭ ਵਿਖੇ ਹਨ। ਇਨ ਬਿਨ ਜੰਤ ਨਾ ਹੋਏ, ਕਿਹੜੀ ਵਸਤੂ ਪੂਰੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਦੇਸ਼ ਤੇ ਸਰਯੁਗ ਤੋਂ ਲੈ ਕੇ ਕੋਈ ਨਹੀਂ ਕਰ ਸਕਿਆ ਤੇ ਨਾ ਕੋਈ ਕਰੇਗਾ। ਆਪ ਨਾਰਾਇਣ ਕਲਾ ਧਾਰ ਦੁਨੀਆ ਦੇ ਪ੍ਰਗਟ ਹੋਇਆ ਹੈ। ਤੁਲਨਾ ਦੇਣ ਨੂੰ ਭਾਵੇਂ ਕਿਸੇ ਨਾਲ ਤੁਲਨਾ ਦਿੱਤੀ ਹੋਵੇ, ਤੂੰ ਤਾਂ ਜਨਕ ਰਾਜਾ ਅਵਤਾਰ ਜਾਂ ਕੁਝ ਹੋਰ ਕਹਿ ਦਿੱਤਾ ਹੋਵੇ, ਉਹ ਗੱਲ ਵੱਖਰੀ ਹੈ। ਕਿਹੜਾ ਬੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਰੀਸ ਕਰਨ ਵਾਲਾ? ਤੇ ਫਿਰ ਵੀ ਮਹਾਰਾਜ ਸਾਹਿਬ ਨੇ ਜਿੰਨਾ ਕੁ ਬਲ ਬੁੱਧੀ ਕਿਸੇ ਨੂੰ ਦਿੱਤੀ, ਕਿੱਥੇ 2 ਕਲਾ ਅਵਤਾਰ ਪਰਸਰਾਮ ਵਰਗੇ, ਕਿੱਥੇ 14-16 ਕਲਾ ਅਵਤਾਰ, ਕਿੱਥੇ ਅਨੰਤ ਕਲਾ ਅਵਤਾਰ। ਇਸ ਪ੍ਰਕਾਰ ਆਪ ਨਾਰਾਇਣ ਗੁਰੂ ਨਾਨਕ ਪਾਤਸ਼ਾਹ, ਉਹਦੀ ਜੋਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਹਰੇਕ ਵਿੱਚ ਔਗੁਣ ਲੱਭੀ ਚੱਲੋਗੇ ਤੇ ਬੰਨ ਲੋ ਪੰਡਾ। ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ। ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਜਦੋਂ ਕਿਸੇ ਮਹਾਤਮਾ ਵੱਲ, ਕਿਸੇ ਗ੍ਰੰਥ ਵੱਲ, ਕਿਸੇ ਵੱਲ ਉਂਗਲੀ ਕਰਦੇ ਐ, ਉਦੋਂ ਆਪਣੇ ਹੱਥ ਵੱਲ ਵੇਖ ਲਓ, 3 ਉਂਗਲੀਆਂ ਤੁਹਾਡੇ ਵੱਲ ਹੁੰਦੀਆਂ। ਕਿਹੜਾ ਦੁਨੀਆ ਤੇ ਭਾਵ ਦੁੱਧ ਨਹਾਤਾ ਹੈ, ਕਿਹੜਾ ਸੰਪੂਰਨ ਹੋ ਕੇ ਜੰਮਿਆ ਹੈ। ਗਲਤੀਆਂ ਦੇ ਭਰੇ ਹੋਏ ਅਵਗੁਣ ਭਰੇ ਗੁਣ ਨਾਹੀ। ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਦਾਰਾ ਸੋ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗ ਤੇ ਮਿਲੰਦ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਕਿੰਨੇ ਕੇ ਔਗਣ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ। ਦਇਆ ਕਰੋ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਬਦੇ ਵਿਕਾਰ ਲਿਖੇ ਬਹੁ ਕਾਗਰ, ਜਿੰਨੇ ਮਰਜ਼ੀ ਕਾਗਜ਼ ਇਕੱਠੇ ਕਰ ਲੋ ਲਿਖ ਲੋ, ਵਿਕਾਰ ਫਿਰ ਵੀ ਵੱਧ ਜਾਣੇ ਐ। ਦਿਨੇ ਰਾਤ ਸਾਡੇ ਵੇਖਣ ਵਿੱਚ ਵੀ ਢਿੱਲਾਂ, ਸੁਣਨ 'ਚ ਵੀ ਢਿੱਲਾਂ, ਬੋਲਣ 'ਚ ਵੀ ਰਸਨਾ, ਤੇ ਹਰ ਪੱਖ 'ਚੋਂ ਢਿੱਲਾਂ ਹੀ ਢਿੱਲਾਂ ਨੇ। ਸਾਰੇ ਹਥਿਆਰ ਸੁੱਟ ਗਏ। ਨਿਰੰਕਾਰ ਕਰਤੇ ਪੁਰਖ ਨੂੰ ਯਾਦ ਕਰੀਏ, ਸਾਰਿਆਂ ਨਾਲ ਮਿਲ ਕੇ ਚੱਲੀਏ। ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਬਣਾਈ ਹੈ। ਆਪਣੇ ਭਰਾ ਨੇ ਕਿਸੇ ਦਾ ਔਗੁਣ ਵੇਖੀਏ ਹੀ ਨਾ, ਗੁਣ ਵੇਖ ਕੇ ਤੇ ਗ੍ਰਹਿਣ ਕਰੀਏ। ਚਰਨ ਕਮਲ ਨਹਿ ਭਜੰਤ, ਨਹੀਂ ਭਜਦੇ ਤੇ ਔਗੁਣੀ ਲੱਭਦੇ ਹੋ ਤੇ ਫਿਰ ਤਿਰਨ ਸਮਾਨ। ਤੀਲੇ ਵਰਗਾ, ਕੱਖ ਵਰਗਾ ਤੁਹਾਡਾ ਜੀਵਨ ਹੈ, ਕੱਖ ਵਰਗਾ ਵੀ ਨਹੀਂ। ਧਿਗ ਜਨਮ ਨਹਿ ਤ੍ਰਿਕਾਰ, ਹਜ਼ਾਰਾਂ ਫਿਰਕਾਰਾਂ ਤੇ ਲਾਹਣਤਾਂ। 100 ਫਿਰਕਾਰ ਇੱਕ ਲਾਹਣਤ, 100 ਲਾਹਣਤ ਇੱਕ ਧ੍ਰਿਗ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਧ੍ਰਿਗ ਸਰੀਰ ਕੁਟੰਬ ਸਾਹਿਤ ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰਾਤ ਨਾ ਆਵੇ, ਅਹਿਲਾ ਜਨਮ ਗਵਾਇਆ। ਪਦਾਰਥ ਖਾਣ ਨੂੰ, ਬਸਤਰ ਪਾਉਣ ਨੂੰ, ਤ੍ਰਿਕਾਰ ਹੈ ਜਿਉਣ ਨੂੰ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਇਤਾਰਕ ਪੰਕਤੀਆਂ। ਤ੍ਰਿਗ ਜਨਮ ਨਹਿ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੱਖ ਸਮਾਨ ਵੀ ਤੁਹਾਡੀ ਜ਼ਿੰਦਗੀ ਨਹੀਂ। ਤ੍ਰਿਕਾਰ ਹੈ ਤੁਹਾਡੇ ਜਨਮ ਨੂੰ। ਜਿਹੜੇ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦੇ, ਜਿਹੜੇ ਨਸ਼ਿਆਂ ਤੇ ਵਿਸ਼ਿਆਂ ਤੇ ਈਰਖਾ ਦਵੈਤ ਨਿੰਦਿਆ ਚੁਗਲੀ 'ਚ ਜੁੜੇ ਹੋਏ, ਉਹੀ ਇਕੱਠੀ ਕਰੀ ਜਾਂਦੇ ਦਿਨੇ ਰਾਤ। ਕੋਈ ਪ੍ਰਾਪਤੀ ਨਹੀਂ ਹੋਣੀ।
ਮਨੁੱਖਾ ਜਨਮ ਆਇਓ ਲਾਭ ਲਾਭਣ ਕੇ ਤਾਈ ਲਾਦਿਓ ਕਾਲਰ ਬਿਰਖ ਜਿਹਵਾ। ਲਾਭ ਲਾਭਣ ਲਈ ਆਇਆ ਸੀ, ਗੁਣ ਇਕੱਠੇ ਕਰਨ ਲਈ ਆਇਆ ਸੀ, ਔਗਣ ਇਕੱਠੇ ਕਰ ਲਏ। ਇਸ ਪ੍ਰਕਾਰ ਹਜ਼ੂਰ ਸਮਝਾਉਂਦੇ ਹਨ, ਹੇ ਪਪੀਲ ਕਾ ਗ੍ਰਸ਼ਟੇ ਗੋਬਿੰਦਨ ਸਿਮਰਨ ਤੋਇੰ ਧਨੇ। ਪਪੀਲ ਕਾ ਛੋਟੀ ਜਿਹੀ ਕੀੜੀ ਤੇ ਗ੍ਰਸ਼ਟੇ ਵੱਡਾ ਸਾਰਾ ਪਰਮੇਸ਼ਰ ਦਾ ਗੋਬਿੰਦ ਦਾ ਨਾਮ ਸਿਮਰਨ ਤੋਇੰ ਧਨੇ। ਤੇਰਾ ਧਨ ਸੀ ਪਰਮੇਸ਼ਰ ਦਾ ਨਾਮ, ਉਹ ਜਪਣ ਵਾਸਤੇ ਤੂੰ ਦੁਨੀਆ ਤੇ ਪ੍ਰਗਟ ਹੋਇਆ ਸੀ, ਆਇਆ ਤੈਨੂੰ ਭੇਜਿਆ ਸੀ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਬਹੁਵਿਧ ਕਹੋ ਪੁਕਾਰ ਪੁਕਾਰ, ਭਜੋ ਗੋਬਿੰਦ ਭੂਲ ਮਤ ਜਾਹੋ। ਮਾਨੁਖ ਜਨਮ ਕਾ ਇਹੀ ਲਾਹੋ, ਲਾਹਾ ਲੈਣਾ ਕਰੋ। ਹਰ ਵਸਤੂ ਵਿੱਚ ਗੁਣ ਵੀ ਨੇ ਤੇ ਔਗੁਣੀ ਨੇ, ਸੋ ਇਨ ਬਿਨ ਗੁਣ ਔਗੁਣ ਸਭ ਵਿਖੇ। ਇਨ ਬਿਨ ਜੰਤ ਨ ਕੋਏ, ਸੋਨਾ ਜੇ ਕੀਚ ਮੈਂ ਵਿਖੇ ਬਿਖਤੇ ਅੰਮ੍ਰਿਤ ਹੋਏ। ਇਸ ਪ੍ਰਕਾਰ ਹੈ ਪਪੀਲ ਕਏ, ਸੋ ਇਸ ਪ੍ਰਕਾਰ ਜਿਹਵੇ ਰਸਨਾ ਗ੍ਰਸ਼ਟੇ ਭਾਰੀ। ਗੋਬਿੰਦ ਪਰਮੇਸ਼ਰ ਦਾ ਸਿਮਰਨ ਤੋਇੰ ਤੇਰਾ ਧਨ ਸੀ, ਉਹ ਤੋਂ ਲਾਭ ਤੂੰ ਨਹੀਂ ਲਿਆ। ਨਿਮਰਤਾ ਵਾਲੀ ਹੋ ਕੇ ਹੇ ਕੀੜੀ ਵਰਗੀ ਧਨਤਾ ਜੋਗ ਉੱਚੀਆਂ ਗੁਣਾਂ ਨੂੰ ਪ੍ਰਾਪਤ ਹੋਣਾ ਕਰ। ਨਿਮਰਤਾ ਵਿੱਚ ਆ ਕੇ ਵੱਡੇ ਵੱਡੇ ਬਣ ਕੇ ਕੁਛ ਨਹੀਂ ਮਿਲਣਾ। ਸੋ ਇਸ ਦੇਸ਼ ਕਾਲ ਵਸਤੂ ਪ੍ਰਛੇਦ ਤੋਂ ਰਹਿਤ ਗੋਬਿੰਦ ਸਿਮਰਨ ਪਰਮੇਸ਼ਰ ਦਾ ਸਿਮਰਨ ਕਰ। ਨਾਨਕ ਅਨਕ ਵਾਰ ਨਮੋ ਨਮਹਿ। ਇੱਕ ਵਾਰੀ ਨਹੀਂ, ਅਨਕ ਵਾਰ, ਅਨੇਕ ਵਾਰ ਤੈਨੂੰ ਨਮੋ, ਤੈਨੂੰ ਨਮਸਕਾਰ। ਸੋ ਤੈਨੂੰ ਸੀ ਝੁਕਾਇਆ, ਜਿਹੜੀ ਪਰਮੇਸ਼ਰ ਦੇ ਨਾਮ ਨਾਲ ਰਸਨਾ ਜੁੜ ਗਈ, ਜੀਵ ਆਤਮਾ ਜੁੜ ਗਈ, ਜਿਨੇ ਆਪਣੇ ਆਪ ਨੂੰ ਕੀੜੀ ਸਮਾਨ ਸਮਝ ਲਿਆ। ਧੰਨ ਗੁਰੂ ਰਾਮਦਾਸ ਦੀ ਰਸਨਾ ਹਮ ਕੀਰੇ ਕਿਰਮ, ਸਤਿਗੁਰ ਸਰਣ ਆਈ ਕਰ ਦਇਆ ਨਾਮ ਪ੍ਰਗਾਸ। ਅਸੀਂ ਕੀੜਿਆਂ ਤੋਂ ਵੀ ਛੋਟੇ ਕਿਰਮ, ਸਤਿਗੁਰੂ ਤੁਹਾਡੀ ਸ਼ਰਣੇ ਆਏ ਐ। ਦਇਆ ਕਰੋ ਤੇ ਨਾਮ ਦਾ ਪ੍ਰਕਾਸ਼ ਕਰ ਦਿਓ, ਸਾਨੂੰ ਬਖਸ਼ਿਸ਼ ਕਰ ਦਿਓ। ਤੇ ਜਿੰਨਾ ਚਿਰ ਨਿਮਰਤਾ ਵਿੱਚ ਆਉਂਦੇ ਨਹੀਂ, ਨਾਮ ਮਿਲਣਾ ਵੀ ਨਹੀਂ। ਵੱਡੇ ਬਣ ਕੇ ਨਹੀਂ ਕਦੇ ਕਿਸੇ ਨੂੰ ਮਿਲਿਆ। ਧਰਤ ਰਾਜੂ ਤੋਲੀਏ ਨਿਵੇਂ ਸੁਗੌਰਾ ਹੋਏ। ਤਰਾਜੂ ਤਕੜੀ ਛਾਬੇ ਚ ਜਾਚ ਕੇ ਵੇਖ ਲੋ। ਸਿਮਲ ਰੁੱਖ ਵੱਲ ਵੇਖ ਲੋ, ਸਿਮਲ ਰੁੱਖ ਸਰਾਏਰਾ। ਅਤ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ। ਜਾਹੇ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ। ਕੰਮ ਨਾ ਆਵੇ ਪਤ ਮਿਠਤ ਨੀਵੀਂ, ਨਾਨਕਾ ਗੁਣ ਚੰਗਿਆਈਆਂ ਤਤ। ਨਿਉ ਕੇ ਚੱਲਣ ਵਿੱਚ ਸਾਰੀਆਂ ਪ੍ਰਾਪਤੀਆਂ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਕਾਲ ਪੁਰਖ ਨਿਰੰਕਾਰ ਸਰਬ ਵਿਆਪੀ ਨੂੰ ਯਾਦ ਕਰ। ਉਹ ਕੀ ਕਰ ਸਕਦਾ ਹੈ ਜੋ ਦੁਨੀਆ ਦੇ ਲੋਕ ਨਹੀਂ ਕਰ ਸਕਦੇ। ਤਿਰਣੰ ਤਾਂ ਮੇਰੰ ਸਹਿਕੰ ਤਾਂ ਹਰੀਆਂ, ਬੂਡੰ ਤਾਂ ਤਰੀਆਂ, ਊਣੰ ਤਾਂ ਭਰੀਆਂ। ਅੰਧਕਾਰ ਕੋੜ ਸੂਰ ਉਜਾਰੰ, ਬਿਨਵੰਤ ਨਾਨਕ ਹਰ ਗੁਰ ਦਿਆਰੰ। ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਜੇ ਪ੍ਰਵਾਨ ਹੋ ਗਈ, ਉਸਨੇ ਮੰਨ ਲਈ, ਮੰਨਦਾ ਹੈ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਦੋਵੇਂ ਕਰ ਜੋੜ ਕਰੀ ਅਰਦਾਸ, ਦੋਵੇਂ ਕਰ ਜੋੜ ਕਰੂੰ ਅਰਦਾਸ, ਭਾਵੇ ਤਾਂ ਆਣੇ ਰਾਸ। ਤੁਦੇ ਅੱਗੇ ਨਾਨਕਾ ਖਲੇ ਕੀਤੇ ਅਰਦਾਸ। ਕਰ ਹੱਥ ਦੋਵੇਂ ਜੋੜ ਕੇ ਉਂਗਲਾਂ ਸਮੇਤ ਛਾਤੀ ਨੂੰ ਸਾਹਮਣੇ ਸਿਰ ਨੀਵਾਂ ਪਾ ਕੇ ਠੰਡ ਭਇਓ ਮੈਂ ਜੋਰ ਕਰ। ਇਸ ਤਰ੍ਹਾਂ ਬੇਨਤੀ ਕਰੋ ਤੇ ਫਿਰ ਕੀ ਕਰ ਸਕਦਾ ਹੈ। ਤਿਰਣੰ ਤਾਂ ਮੇਰੰ, ਤਿਰਣ ਕੱਖ ਵਰਗਾ। ਨਿਮਰਤਾ ਦਾ ਆਪਣੇ ਆਪ ਨੂੰ ਲੈ ਆਵੇਂਗਾ, ਤੈਨੂੰ ਮੇਰ ਸੁਮੇਰ ਵਰਗਾ ਬਣਾ ਦੇਣਗੇ। ਸੁਮੇਰ ਪਰਬਤ ਸਮਾਨ ਤੈਨੂੰ ਬਣਾ ਦੇਣਗੇ। ਸੋ ਤਿਰਣ ਕੱਖ ਤੋਂ ਵੱਡਾ ਮੇਰੰ ਸੁਮੇਰ ਪਰਬਤ ਦਾ ਟਾਕਰਾ ਕਰਨ ਵਾਲਾ ਤੈਨੂੰ ਬਣਾ ਦੇਣਗੇ। ਇੰਨਾ ਬਲ ਦੇ ਦੇਣਗੇ। ਸਹਿਕੰ ਤਾਂ ਹਰੀਆਂ, ਸਹਿਕੰ ਸੁੱਕੀਆਂ ਹੋਇਆਂ ਨੂੰ ਹਰਿਆਂ ਕਰਨ ਦੀ ਸਮਰੱਥਾ ਹੈ ਉਸ ਪਰਮੇਸ਼ਰ ਵਿੱਚ। ਤੇ ਕਰਦਾ ਆਇਆ ਸੂਕੇ ਹਰੇ ਕੀਏ ਖਿਨਮਾਹੇ, ਅੰਮ੍ਰਿਤ ਦ੍ਰਿਸ਼ ਸੰਚ ਜਿਵਾਹੇ। ਅੰਮ੍ਰਿਤ ਰੂਪੀ ਦ੍ਰਿਸ਼ਟੀ ਪਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਰਾਜੇ ਸ਼ਿਵ ਨਾਭ ਦਾ ਬਾਗ ਮੁੱਦਤਾਂ ਦਾ ਸੁੱਕਾ ਪਿਆ। ਦ੍ਰਿਸ਼ਟੀ ਅੰਮ੍ਰਿਤ ਵਰਗੀ ਨੇਤਰਾਂ ਦੀ ਕਟਾਖ ਪੈਣ ਨਾਲ ਹਰਿਆ ਹੋ ਗਿਆ। ਜਿੱਥੇ ਨਕਲੀ ਨਾਨਕ ਬਣ ਬਣ ਕੇ ਬੇਅੰਤ ਜਾਂਦੇ ਰਹੇ ਤੇ ਰਾਜੇ ਨੂੰ ਲੁੱਟਾਂ ਖਸੁੱਟਾਂ ਕਰਦੇ ਰਹੇ। ਰਾਜਾ ਸੇਵਾ ਅੱਕ ਗਿਆ ਨਕਲੀ ਨਾਨਕਾਂ ਨੂੰ ਵੇ ਅਸਲੀ ਗਏ ਤੇ ਫਿਰ ਵੀ ਪਰਖ ਕੀਤੀ ਸੀ,
ਪਰ ਬਰਗਰਵੰਤ ਨਾਰੀਆਂ ਜਿਹੜੀਆਂ ਗੁਰੂ ਸਾਹਿਬਾਂ ਨੂੰ ਮੋਹਣ ਆਈਆਂ ਸੀ, ਕਿਹਾ ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਹੈ ਦੌ ਸਵਾਰ ਸਾਖੀ ਲੰਬੀ ਹੈ। ਸੋ ਇਸ ਪ੍ਰਕਾਰ ਸੁੱਕਾ ਪਿੱਪੜ ਹਰਿਆ ਕੀਤਾ ਦੀਪਾਲਪੁਰ ਨਗਲ ਪਾਕਿਸਤਾਨ ਵਿੱਚ ਨਾਨਕਿਆਣਾ ਨਾਂ ਹੈ। ਉੱਥੇ ਨੂਰੇ ਨਿਰੰਗੇ ਕੋੜੀ ਦਾ ਕੋੜ ਦੂਰ ਕੀਤਾ, ਜਿਉ ਤਪਤ ਹੈ ਬਾਰੋ ਬਾਰ ਤਾਂ ਬਹੁਤ ਬੇਕਾਰ ਆਦਿ ਸ਼ਬਦ ਉਚਾਰ ਕੇ। ਲੰਬਾ ਪ੍ਰਸੰਗ ਹੈ। ਹੋਰ ਸਰੂਪਾਂ ਨੇ ਵੀ ਸੋ ਪੰਜਵੇਂ ਸਰੂਪ ਦੇ ਵੇਲੇ ਵੀ ਬਚਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆਤ ਕਥਨੀ ਨਹੀਂ। ਨਾਵੇਂ ਸਰੂਪ ਨੂੰ ਜਦੋਂ 10ਵੇਂ ਸਰੂਪ ਛੋਟਾ ਜੇ ਬਾਲਕ ਦਰਸ਼ਨ ਹੋਏ ਸੀ, ਰਹੀਮ ਬਖਸ਼ ਤੇ ਕਰੀਮ ਸੁੱਕਾ ਹੋਇਆ ਬਾਗ ਹਰਿਆ ਹੋਇਆ। ਵਿਧੀ ਚੰਦ ਵੇਲੇ ਸੁੱਕਾ ਬੋੜ ਹਰਿਆ ਹੋਇਆ। ਬੇਅੰਤ ਹੋਰ ਪ੍ਰਮਾਣ ਸਾਖੀਆਂ ਗੁਰਬਾਣੀ ਚ ਨੇ। ਅਸੀਂ ਵੀ ਸੁੱਕੇ ਮੁਰਝਾਏ ਹੋਏ ਆ ਸਾਰਿਆਂ ਪਾਸਿਆਂ ਤੋਂ, ਸਾਰੇ ਸਰੀਰਕ ਇੰਦਰੀਆਂ ਵੱਲੋਂ ਹਰੇ ਭਰੇ ਹੋ ਜਾਈਏ। ਜਦੋਂ ਬੇਨਤੀ ਅਰਦਾਸ ਪ੍ਰਵਾਨ ਹੋ ਗਈ ਤੇ ਕਰਦਾ ਆਇਆ। ਹੋਰ ਬੂਡੰ ਤਾਂ ਤਰੀਆਂ ਊਣੰ ਤਾਂ ਭਰੀਆਂ, ਬੂਡ ਤੇ ਡੁੱਬਦਿਆਂ ਹੋਇਆਂ ਦੇ ਜਹਾਜ਼ ਬੰਨੇ। ਪਹਿਲੇ ਸਰੂਪ ਤੋਂ ਲੱਗ 10 ਸਰੂਪਾਂ ਤੱਕ ਲਾਏ ਬੇਅੰਤਾਂ ਦੇ, ਤਾਰ ਦਿੱਤੇ ਸੰਸਾਰ ਸਾਗਰ ਤੋਂ ਡੁੱਬਿਆਂ ਹੋਇਆਂ ਨੂੰ, ਭਰ ਦਿੱਤਾ ਊਣੰਤ ਊਣਿਆਂ ਨੂੰ, ਲਵਾ ਲਾਭ ਭਰਪੂਰ ਕਰ ਦਿੱਤੇ, ਬਖਸ਼ਾਂ ਕਰ ਦਿੱਤੀਆਂ, ਬਖਸ਼ਾਂ ਦੇ ਭੰਡਾਰ ਜੂ ਹੋਏ। ਅਰਦਾਸ ਬੇਨਤੀ ਨਹੀਂ ਕਰਨੀ ਆਈ, ਪ੍ਰਵਾਨ ਕਿਤਨਾ ਹੋ ਜੂ। ਫੇਰ ਵੀ ਦੋਖ ਔਗੁਣ ਵਿਕਾਰ ਦੇ ਕੇ ਕੁਝ ਨਾ ਕੋਈ ਬਖਸ਼ਾਂ ਕਰੀ ਯਾਦ ਰੱਖੋ। ਸਾਧ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਣੋ ਨਰਕ ਹੀ ਪਰੇ। ਸੁਸੰਤ ਕੇ ਨਿੰਦਕ ਆਰਜਾ ਘਟੇ। ਮਹਾਤਮਾ ਦੀ ਨਿੰਦਿਆ ਕਰਨ ਵਾਲੇ ਸੰਗਤ ਗੁਰੂ ਦੀ ਨਿੰਦਿਆ ਕਰਨ ਉਮਰ ਘਟ ਜਾਂਦੀ ਹੈ, ਪੂਰੀ ਨਹੀਂ ਭੋਗ ਸਕਦਾ ਕਦੇ ਵੀ। ਯਾਦ ਰੱਖਿਓ ਛੇਤੀ ਕੋ ਬਹਾਨਾ ਬਣ ਕੇ ਸਰੀਰ ਛੱਡ ਜਾਂਦੇ ਨੇ। ਉਸ ਊਣਿਆਂ ਨੂੰ ਭਰਨ ਵਾਲੇ, ਸੁੱਕਿਆਂ ਨੂੰ ਹਰੇ ਕਰਨ ਵਾਲੇ, ਡੁੱਬਿਆਂ ਨੂੰ ਤਾਰਨ ਵਾਲੇ ਦੇ ਚਰਨਾਂ 'ਚ ਬੇਨਤੀ ਕਰੋ, ਸਦਾ ਨਾਮ ਜਪੋ ਤੇ ਮਿਲ ਕੇ ਚੱਲੋ। ਹੋਰ ਕੀ ਕਰ ਸਕਦਾ। ਅੰਧਕਾਰ ਕੋਰ ਸੂਰ ਉਜਾਰੰ, ਅੰਧਕਾਰ ਹਨੇਰੇ ਵਿੱਚ ਤੇ ਕੋਟ ਕਰੋੜਾਂ ਸੂਰਜਾਂ ਜਿੰਨਾ ਉਜਾਰਨ ਚਾਨਣ। ਗਿਆਨ ਕਦੋਂ ਬਿਨਵੰਤ ਨਾਨਕ ਹਰ ਗੁਰ ਦਿਆਰੰ, ਗੁਰੂ ਦਿਆਲੂ ਹੋ ਗਿਆ, ਗੁਰੂ ਕਿਰਪਾਲੂ ਹੋ ਗਿਆ। ਜੇ ਉਸ ਗੁਰੂ ਨੇ ਬਖਸ਼ ਕਰ ਦਿੱਤੀ ਤੇ ਫਿਰ ਅੱਖਾਂ ਤੋਂ ਹੀਣਿਆ। ਸੂਰਦਾਸ ਭਗਤ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਾਣੀ ਭਗਵਾਨ ਦੀ ਮੂਰਤੀ ਮਨ 'ਚ ਵਸਾ ਕੇ ਅੱਖਾਂ ਅੰਨੀਆਂ ਕਰ ਲਈਆਂ ਜਾਣ ਬੁੱਝ ਕੇ। ਇਸ ਪ੍ਰਕਾਰ ਭਗਵਾਨ ਦੇ ਦਰਸ਼ਨ ਹੋਏ। ਪ੍ਰਤੱਖ ਅੱਖਾਂ ਤੇ ਵੇਖਦੀਆਂ ਨਹੀਂ, ਛੋਹ ਤੋਂ ਪਰਾਂ ਹੋ ਗਿਆ, ਹੱਥਾਂ ਦੀ ਛੋਹ ਤੋਂ। ਤੇ ਸੂਰਦਾਸ ਕਹਿੰਦਾ ਭਗਵਾਨ ਹਿਰਦੇ ਚੋਂ ਨਿਕਲ ਕੇ ਵਿਖਾਓ, ਮੈਂ ਤੇ ਕਾਬੂ ਕੀਤਾ ਤੁਹਾਨੂੰ ਹਿਰਦੇ 'ਚ ਵਸਾ ਲਿਆ। ਹੋਰ ਦੁਨੀਆ ਦਾ ਵੇਖਣਾ ਹੀ ਕੁਛ ਨਹੀਂ ਤੇ ਸੁਣਨਾ ਵੀ ਕੁਛ ਨਹੀਂ। ਇਸ ਪ੍ਰਕਾਰ ਇਹੋ ਜਿਹੀ ਬਖਸ਼ ਹੋਵੇ ਜੇ ਗੁਰੂ ਦੀ ਕਿਰਪਾ ਹੋਵੇ ਤੇ। ਸੋ ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅੰਧਕਾਰ ਕੋਰ ਸੂਰ ਉਜਾਰੰ, ਕਰੋੜਾਂ ਸੂਰਜਾਂ ਜਿੰਨਾ ਚਾਨਣ। ਸਤਿਗੁਰੂ ਜੀ ਕਿਰਪਾ ਕਰੋ, ਅੰਦਰ ਜਿਹੜਾ ਘੁੱਪ ਹਨੇਰਾ ਉਹ ਸਾਡਾ ਦੂਰ ਅਗਿਆਨਤਾ ਵਾਲਾ ਕਰਕੇ ਗਿਆਨ ਦਾ ਚਾਨਣ ਬਖਸ਼ ਦਿਓ। ਬਾਹਰ ਦੇ ਚਾਨਣ ਕੀ ਸਵਾਰਨਗੇ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ। ਜੇ ਸਾਡੇ ਆਂਗਨ ਵਿਹੜੇ 'ਚ ਹਨੇਰਾ ਰਿਹਾ ਤੇ ਬਾਹਰ ਸੜਕਾਂ ਬਾਜ਼ਾਰਾਂ ਦੀਆਂ ਬੱਤੀਆਂ ਕੀ ਕਰਾਂਗੇ। ਇਸ ਕਰ ਜੇ ਸੋ ਕੰਦਾ ਉਗਵੇ ਸੂਰਜ ਚੜੇ ਹਜ਼ਾਰ, ਕਿਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਸਾਡਾ ਦੂਰ ਕਰ ਦਿਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅਗਲੇ ਸ਼ਲੋਕ। ਬ੍ਰਾਹਮਣ ਹੈ ਸੰਗ ਉਦਰਣ, ਬ੍ਰਹਮ ਕਰਮ ਜੇ ਪੂਰਨ ਹੈ। ਆਤਮ ਰਤੰ ਸੰਸਾਰ, ਸੰਸਾਰ ਗਹਨ ਤੇ ਨਰ ਨਾਨਕ ਨਹਿ ਫਲ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਜਾਤੀ ਉਤੋਂ ਮੰਨਦੇ ਆਪਣੇ ਆਪ ਨੂੰ, ਠੀਕ ਉਤਮ ਹੈ, ਸਿਰ ਮੱਥੇ ਪ੍ਰਭ ਜੀ ਬ੍ਰਹਮ ਕਰਮ ਪੂਰਨ ਹੈ। ਬ੍ਰਾਹਮਣ ਵਾਲੇ ਕਰਮ ਪੂਰੇ ਹੋਣ। ਸੋ ਇਹ ਸਿਰ ਮੂੰਹ ਮੁੰਨ ਕੇ ਬ੍ਰਾਹਮਣ ਨਹੀਂ, ਤੰਬਾਕੂ ਪੀ ਕੇ ਬ੍ਰਾਹਮਣ ਨਹੀਂ, ਵਹਿਮ ਭਰਮਾਂ 'ਚ ਪੈ ਦੁਨੀਆ ਨੂੰ ਪਾ ਕੇ ਬ੍ਰਾਹਮਣ ਨਹੀਂ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਬ ਤਬ ਸੰਜਮ ਕਮਾਵੇ ਕਰਮ, ਸੀਲ ਸੰਤੋਖਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੁਗਤ। ਪੂਜਣ ਦੇ ਯੋਗ ਹੈ, ਸਤਿਕਾਰ ਯੋਗ ਹੈ ਜੇ ਬ੍ਰਹਮ ਵਾਲੇ ਕਰਮ ਉਹਦੇ 'ਚ ਪੂਰੇ ਹੋਣ। ਕਬੀਰ ਜੀ ਦੇ ਬਚਨ ਕਹੋ, ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਿ ਸਾਡੇ ਘਰ 'ਚ ਤੇ ਉਹ ਬ੍ਰਾਹਮਣ ਹੈ ਜਿਹਦੀ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ।
ਉਹ ਭਾਵੇਂ ਕਿਸੇ ਜਾਤੀ ਦਾ ਹੈ, ਕਿਸੇ ਉਮਰ ਵਿੱਚ ਹੈ, ਕਿਤੇ ਰਹਿੰਦਾ ਹੈ, ਉਹ ਬ੍ਰਾਹਮਣ ਹੈ। ਸੋ ਬ੍ਰਾਹਮਣ ਹੈ ਸੰਗ ਉਧਰਣ, ਉਹਦਾ ਆਪਣਾ ਉਧਾਰ, ਉਹਦੇ ਹੋਰ ਪਰਿਵਾਰ ਸਾਥੀਆਂ ਦਾ ਉਧਾਰ, ਜਿਹਦੇ ਵਿੱਚ ਇਹ ਭਾਵ ਸਾਰੇ ਗੁਣ ਸ੍ਰੇਸ਼ਟ ਨੇ। ਸੋ ਬ੍ਰਹਮਤ ਬਿੰਦੇ ਸਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਹ ਵੀ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਪੰਕਤੀਆਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ, ਕਿਸੇ ਜਾਤੀ ਗੁਮਾਨ ਚ ਨਾ ਫਸਿਆ ਰਵੀਂ ਕਿ ਮੇਰਾ ਬ੍ਰਾਹਮਣ ਘਰ ਜਨਮ ਹੋ ਗਿਆ ਮੈਂ ਮੁਕਤ ਹੋ ਜਾਊਂ, ਮੇਰਾ ਕਿਸੇ ਹੋਰ ਰਾਜੇ ਸ਼ਾਹੂਕਾਰ ਦੇ ਘਰ ਜਨਮ ਹੋ ਗਿਆ ਮੈਂ ਮੁਕਤ ਹੋ ਜਾਊਂ। ਨਹੀਂ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮੁਰਦਾ ਤੁਰਿਆ ਫਿਰਦਾ ਹੈ। ਕਬੀਰ ਕੰਚਨ ਕੇ ਕੁੰਡਲ ਬਨੇ, ਉਪਰ ਲਾਲ ਜੜਾਓ, ਦਿਸੇ ਦਾਦੇ ਕਾਨ ਜਿਉ ਜਨਮ ਨਾਹੀ ਨਾਓ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕੋਈ ਜਪ ਲਵੇ ਅੰਦਰ ਦੀ ਮੈਲ ਧੋਤੀ ਜਾਊ, ਬਾਹਰ ਦੀ ਮੈਲ ਲੱਗੀ ਚਾਹੇ ਨਹੀਂ ਹੈ ਤਾਂ ਬਾਹਰੋਂ ਵੀ ਸੁਥਰੇ ਹੋਣ ਦੀ ਲੋੜ ਹੈ। ਪਰੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ। ਅੰਧਾ ਭੂਲ ਪਿਆ ਜਮ ਜਾਲੇ, ਬੜੇ ਦੁਨੀਆ ਤੇ ਮਿਲ ਸਕਦੇ ਨੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹੋ ਜਗ ਭਰਮ ਭੁਲਾਇਆ, ਵਿਰਲਾ ਬੂਝੇ ਕੋਏ। ਆਤਮ ਰਤੰ ਸੰਸਾਰ, ਆਤਮ ਰਤਨ ਪ੍ਰੀਤੀ ਕਰਕੇ ਸੰਸਾਰ ਵਿੱਚ ਸੁਧਾਰ ਦੇ ਪਦਾਰਥਾਂ ਨੂੰ ਗਹਨਤੇ ਤੂੰ ਤਾਂ ਗ੍ਰਹਿਣ ਕਰੀ ਫਿਰਦਾ ਹੈ। ਸੰਸਾਰ 'ਚ ਆਉਣਾ ਸਫਲਾ ਐਵੇਂ ਨਹੀਂ ਹੋਣਾ। ਇਹ ਪਦਾਰਥਾਂ ਨੂੰ ਤੇ ਤੈਨੂੰ ਬਣਾਉਣ ਵਾਲਾ ਜਿਹੜਾ ਉਹਨੂੰ ਯਾਦ ਕਰ, ਪਦਾਰਥ ਦੇਣ ਵਾਲੇ ਨੂੰ ਯਾਦ ਕਰ। ਪਰ ਨਹੀਂ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਗਹਨਤੇ ਗ੍ਰਹਿਣ ਕਰੀ ਫਿਰਦਾ ਹੈ ਨਰ ਨਾ ਮਨੁੱਖ, ਨਾਨਕ ਨੇਹ ਫਲ ਹੈ। ਤੇਰਾ ਆਉਣਾ ਜਾਣਾ, ਪਦਾਰਥਾਂ ਨੂੰ ਭੋਗਣਾ, ਦੁਨੀਆ ਤੇ ਰਹਿਣਾ ਨਿਸਫਲ, ਸਫਲਾ ਨਹੀਂ ਤੇਰਾ ਇਤਰਾ ਹੋਣਾ। ਸਫਲ ਹੋਣ ਲਈ ਸੋ ਪਰਮੇਸ਼ਰ ਨੂੰ ਯਾਦ ਰੱਖਣਾ, ਕਿਰਤ ਘਣ ਨਹੀਂ ਬਣਨਾ। ਜਿੰਨੇ ਇੰਨਾ ਕੁਛ ਸਾਨੂੰ ਦਿੱਤਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨੋਂ ਦਾ ਰੱਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾਰ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚੱਲਿਆ ਲਾਏ, ਦਰਗੇ ਬੈਸਣ ਨਾਹੀ ਜਾਏ ਦੀਆਂ ਪੰਕਤੀਆਂ ਤੋਂ ਸਿੱਧ ਹੁੰਦਾ ਹੈ। ਇਹਨਾਂ ਪਦਾਰਥਾਂ ਨੂੰ ਪਾ ਕੇ, ਸਰੀਰ ਨੂੰ ਪਾ ਕੇ ਰਹਿਣ ਗਵਾਈ, ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਵੇਂ ਤੇਰੀ ਲੰਘ ਗਈ ਹੈ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਬਸਾਰ ਖੁਵਾਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਤੇਰਾ ਰਹਿਣਾ ਸਫਲਾ ਨਹੀਂ। ਇਸ ਪ੍ਰਕਾਰ ਤੂੰ ਤੇ ਸੰਸਾਰ ਤਾਂ ਪਦਾਰਥਾਂ ਨਾਲ ਚਿੰਬੜ ਗਿਓ, ਲਸ਼ੋੜੀ ਦੀ ਤਰ੍ਹਾਂ ਖੁੱਭ ਗਿਓ, ਰੱਬ ਨੂੰ ਭੁੱਲੀ ਗਿਓ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਹੋਰ ਕੀ ਕਰਦਾ ਹੈ ਪਰ ਦਰਬ ਹਿਰਣੰ, ਬਹੁ ਵਿਗਨ ਕਰਣੰ, ਉਚਰਣ ਸਰਬ ਜੀ ਕਹਿ। ਪਰਾਇਆ ਦਰਬ ਹਿਰਣਾ, ਚੁਰਾ ਲੈਣਾ, ਠੱਗ ਲੈਣਾ, ਦੂਜਿਆਂ ਦੇ ਕੰਮਾਂ 'ਚ ਵਿਘਨ ਪਾ ਦੇਣੇ, ਰੋੜੇ ਉੜਕਾ ਦੇਣੇ, ਵਹਿਮ ਪਾ ਦੇਣਾ, ਭਰਮ ਪਾ ਦੇਣਾ, ਰਸਨਾ ਤੋਂ ਉਚਰਨ ਉਚਾਰ ਕੇ ਸਰਬ ਜੀ ਜੀਆਂ ਨੂੰ ਕਹਿ ਦੇਣਾ। ਇਸ ਪ੍ਰਕਾਰ ਦੀ ਹਾਲਾਤ ਤੇਰੀ ਬਣੀ ਹੋਈ ਹੈ। ਸੋ ਆਪ ਨਾ ਦੇਹ ਚੁਰੂ ਪਰ ਪਾਣੀ, ਤੇ ਨਿੰਦਹਿ ਜੇ ਗੰਗਾ ਆਨੀ। ਦੁਨੀਆ ਤੇ ਗੰਗਾ ਹੀ ਲੈ ਆਉਣ ਵਾਲੇ, ਜੀਵਾਂ ਨੂੰ ਤਾਰਨ ਵਾਲਿਆਂ ਦੀ ਨਿੰਦਿਆ ਕਰਨ ਲੱਗ ਜਾਂਦਾ ਹੈ। ਆਪ ਇੱਕ ਚੁੜੀ ਪਾਣੀ ਨਹੀਂ ਕਿਸੇ ਨੂੰ ਦੇ ਸਕਦਾ। ਇਸ ਪ੍ਰਕਾਰ ਜਿਨ੍ਹਾਂ ਸਾਰੀ ਜ਼ਿੰਦਗੀ ਨਹੀਂ ਸਰੀਰਕ ਸੰਬੰਧੀਆਂ ਦੀ ਪ੍ਰਵਾਹ ਤੇ ਨਹੀਂ ਕਿਸੇ ਮੋਹ ਕਿਸੇ ਦਾ ਕੀਤਾ, ਨਹੀਂ ਸਰੀਰਕ ਇੰਦਰੀਆਂ ਦੇ ਰਸਾਂ ਕਸਾਂ 'ਚ ਫਸੇ, ਨਹੀਂ ਸ਼ਾਦੀਆਂ ਆਦਿਕਾਂ 'ਚ ਪਏ, ਪਰਮੇਸ਼ਰ ਦੀ ਪ੍ਰਾਪਤੀ ਲਈ ਸਾਰੀ ਜ਼ਿੰਦਗੀ ਨਿਭਾ ਦਿੱਤੀ, ਤੇ ਉਹਨਾਂ ਦੇ ਕੰਮਾਂ 'ਚ ਵੀ ਵਿਘਨ, ਜ਼ੋਰ ਲਾਲਾ ਵਿਘਨ ਪਾਈ ਜਾਂਦਾ ਹੈ। ਕੀ ਪ੍ਰਾਪਤੀ ਹੋਵੇਗੀ? ਤੇਰੇ ਲਈ ਜਾਪਦਾ ਹੈ ਕਿ ਰੱਬ ਨੂੰ ਨਵੇਂ ਨਰਕ ਬਣਾਉਣੇ ਪੈਣੇ ਹੈ। ਪਹਿਲੇ ਨਰਕ ਵਾਸੀਆਂ ਤੈਨੂੰ ਤੁਹਾਨੂੰ ਉੱਥੇ ਥਾਂ ਨਹੀਂ ਵੰਡ ਨਹੀਂ ਦੇਣਾ। ਇਸ ਪ੍ਰਕਾਰ ਪਰ ਦਰਬ, ਪਰਾਇਆ ਦਰਬ ਕਮਾਈ ਨਹੀਂ ਕਰਨੀ, ਉਹੀ ਹਿਰ ਲਓ, ਉਹੀ ਖੋਲੋ, ਉਹੀ ਠੱਗ ਲਓ। ਜੇ ਕਿਸੇ ਦੇਤੇ 4 ਰੁਪਏ ਦੇ ਹੱਕ ਵਿੱਚ ਹੀ ਕੂਕਰ ਸਮਾਨ ਮੂੰਹ ਖੋਲ ਖੋਲ ਬੋਲਦੇ ਹੋ। ਪਰ ਦਰਬ ਹਿਰਣੰ, ਬਹੁ ਵਿਘਨ ਕਰਣੰ, ਆਪ ਤੈਨੂੰ